ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਅੱਜ ਦੇ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹਾਂ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਡੇ ਸੀਨੀਅਰ ਪੱਤਰਕਾਰ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਗਿੱਲ ਉਹ ਵੀ ਸਾਡੇ ਨਾਲ ਸਕਾਈਪ ਤੇ ਜੁੜੇ ਹੋਏ ਹਨ ਤੇ ਉਹਨਾਂ ਤੋਂ ਇਲਾਵਾ ਡਾਕਟਰ ਕਮਲਜੀਤ ਸਿੰਘ ਜੀ ਸਿੱਧੂ ਉਹ ਵੀ ਸਾਡੇ ਨਾਲ ਸਕਾਈਪ ਤੇ ਇਸ ਵੇਲੇ ਲਾਈਵ ਜੁੜੇ ਹੋਏ ਹਨ ਤੇ ਗੱਲਬਾਤ ਕਰਨ ਵਾਸਤੇ ਸਾਡੇ ਬੜੇ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਜੀ ਪੱਟੀ ਨਵਾਂ ਜ਼ਮਾਨਾ ਉਹ ਵੀ ਸਾਡੇ ਨਾਲ ਸਕਾਈਪ ਤੇ ਬਿਲਕੁਲ ਜੁੜੇ ਹੋਏ ਹਨ। ਸੋ ਆਓ ਸਭ ਤੋਂ ਪਹਿਲਾਂ ਇਹਨਾਂ ਸਾਰਿਆਂ ਨੂੰ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਡਾ ਸਾਰਿਆਂ ਦਾ ਜੀ ਬਿਹਾਈਂਡ ਦਾ ਹੈਡਲਾਈਨਸ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਆਪਣਾ ਜਿਹੜਾ ਵਿਸ਼ਾ ਹੈ, ਜਿਵੇਂ ਕਿ ਤੁਸੀਂ ਜਾਣਦੇ ਹੋ ਸ਼ਹੀਦ ਊਧਮ ਸਿੰਘ ਜੀ ਉਹਨਾਂ ਦਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਉਹਨਾਂ ਦਾ ਬੁੱਤ ਜਿਹੜਾ ਲਗਾਇਆ ਗਿਆ ਹੈ, ਜਿਹਦਾ ਉਦਘਾਟਨ ਸਾਡੇ ਸਤਿਕਾਰਯੋਗ ਗ੍ਰਹਿ ਮੰਤਰੀ ਰਾਜਨਾਥ ਸਿੰਘ ਜੀ ਤੇ ਹਰਸਿਮਰਤ ਕੌਰ ਜੀ ਬਾਦਲ ਉਹ ਤੇ ਨਾਲ ਹੋਰ ਉਹਨਾਂ ਦੇ ਜਿਹੜੇ ਕਾਫੀ ਮਿਨਿਸਟਰ ਉਹ ਜਾਣਗੇ ਤੇ ਪਤਵੰਤੇ ਸੱਜਣ ਵੀ ਜਾਣਗੇ ਜਿਹੜੇ ਕਿ ਉਹਦਾ ਉਦਘਾਟਨ ਕਰਨਗੇ। ਤੇ ਉਹਦੇ ਵਾਸਤੇ ਆਪਾਂ ਗੱਲਬਾਤ ਕਰਨ ਵਾਸਤੇ ਅੱਜ ਸਾਰੇ ਹੀ ਹਾਜ਼ਰ ਹੋਏ ਹਾਂ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਸ਼ਹੀਦ ਊਧਮ ਸਿੰਘ ਜੀ ਜੋ ਕਿ 13 ਅਪ੍ਰੈਲ 1919 ਦਾ ਸਾਕਾ ਜਿਹੜਾ ਆ ਉਹਦੇ ਵਾਸਤੇ ਪ੍ਰਸਿੱਧ ਹੋਏ ਨੇ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਜਨਮ ਉਹਨਾਂ ਦਾ ਸੁਨਾਮ ਸ਼ਹਿਰ ਦਾ ਹੈ ਤੇ ਜਨਮ ਲੈ ਕੇ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਜਿਹੜੇ ਨੇ ਉਹ ਛੇਤੀ ਹੀ ਇਸ ਦੁਨੀਆ ਤੋਂ ਸੰਸਾਰ ਤੋਂ ਚਲੇ ਗਏ ਸਨ ਤੇ ਉਹਨਾਂ ਨੇ ਜਿਹੜੀ ਵਿੱਦਿਆ ਹਾਸਲ ਕੀਤੀ ਹੈ ਉਹ ਸੈਂਟਰਲ ਯਤੀਮਖਾਨਾ ਉੱਥੋਂ ਖਾਲਸਾ ਯਤੀਮਖਾਨਾ ਉੱਥੋਂ ਜਿਹੜੀ ਵਿੱਦਿਆ ਉਹਨਾਂ ਨੇ ਹਾਸਲ ਕੀਤੀ ਆ। ਸੋ ਇਸ ਵਾਸਤੇ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਜੀ। ਸਭ ਤੋਂ ਪਹਿਲਾਂ ਮੈਂ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਤੁਹਾਡੇ ਵੱਲ ਆਵਾਂ ਕਿ ਜਿਹੜਾ ਅੱਜ ਉੱਥੇ ਬੁੱਤ ਲਗਾਇਆ ਗਿਆ ਜਿਹਦਾ ਕਿ ਉਦਘਾਟਨ ਕੀਤਾ ਜਾਏਗਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਸ਼ਹੀਦ ਊਧਮ ਸਿੰਘ ਜਿਹੜੇ ਸੀਗੇ ਉਹਨਾਂ ਨੇ 1919 ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਮਾਈਕਲ ਅਡਵਾਇਰ ਨੇ ਗੋਲੀਆਂ ਚਲਾ ਕੇ ਉੱਥੇ ਬੈਠੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ, ਉਸ ਤੇ ਬਦਲੇ ਦੇ ਵਜੋਂ 21 ਸਾਲ ਦੇ ਬਾਅਦ ਇੰਗਲੈਂਡ ਦੀ ਧਰਤੀ ਦੇ ਉੱਤੇ ਜਾ ਕੇ ਜਿਹੜਾ ਬਦਲਾ ਆ ਉਹ ਲਿਆ ਤੇ ਇਹ ਬੁੱਤ ਜਿਹੜਾ ਆ ਇਹ ਕਾਫੀ ਸਮਾਂ ਪਹਿਲਾਂ ਲਗਾਇਆ ਜਾਣਾ ਚਾਹੀਦਾ ਸੀਗਾ, ਪਰ ਇਹ ਬੁੱਤ ਜਿਹੜਾ ਆ ਹੁਣ ਲਗਾਇਆ ਜਾ ਰਿਹਾ ਆ। ਕੱਲ ਨੂੰ ਇਸ ਬੁੱਤ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਜਾਵੇਗਾ। ਸੈਂਟਰ ਦੇ ਮਿਨਿਸਟਰ ਜਿਹੜੇ ਰਾਜਨਾਥ ਸਿੰਘ ਉਹ ਆਉਣਗੇ, ਵਿਜੇ ਸਾਂਪਲਾ, ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਮੁੱਚੀ ਕੈਬਨਿਟ ਜਿਹੜੀ ਉਹਨਾਂ ਦੇ ਵੀ ਪਹੁੰਚਣ ਦੀ ਜਿਹੜੀ ਆਸ ਆ ਉਹ ਹੈਗੀ ਆ। ਸੋ ਇਸ ਦੇ ਵਿੱਚ ਬਹੁਤ ਸਾਰੀ ਜਦੋਜਹਿਦ ਜਿਹੜੀ ਉਹ ਕਾਫੀ ਸਮੇਂ ਤੋਂ ਚੱਲ ਰਹੀ ਸੀਗੀ ਕਿ ਬੁੱਤ ਲਗਾਇਆ ਜਾਣਾ, ਪਰ ਫਿਰ ਵੀ ਕਾਫੀ ਲੰਮਾ ਸਮਾਂ ਜਿਹੜਾ ਹੈ ਉਹ ਬੀਤ ਜਾਣ ਦੇ ਬਾਅਦ ਦੇ ਵਿੱਚ ਬੁੱਤ ਜਿਹੜਾ ਜਲਿਆਂਵਾਲਾ ਬਾਗ ਦੇ ਜਦੋਂ ਅਸੀਂ ਐਂਟਰ ਹੁੰਨੇ ਉਸ ਦੇ ਖੱਬੇ ਹੱਥ ਆਦਮਕਦ ਬੁੱਤ ਜਿਹੜਾ ਆ ਉਹ ਲਗਾਇਆ ਜਾ ਰਿਹਾ ਹੈ। ਹੇਠਾਂ ਸ਼ਹੀਦ ਊਧਮ ਸਿੰਘ ਦੇ ਬਾਰੇ ਦੇ ਵਿੱਚ ਇੱਕ ਸਿਲ ਜਿਹੜੀ ਆ ਉਹ ਲਗਾ ਕੇ ਉਹਨਾਂ ਦੇ ਬਾਰੇ ਦੇ ਵਿੱਚ ਵੀ ਜਾਣਕਾਰੀ ਜਿਹੜੀ ਉਹ ਦਿੱਤੀ ਜਾਵੇਗੀ। ਸੋ ਅੱਛਾ ਕਦਮ ਆ, ਚਾਹੇ ਦੇਰ ਬਾਅਦ ਇਹ ਬੁੱਤ ਜਿਹੜਾ ਲੱਗ ਰਿਹਾ ਆ, ਪਰ ਚਲੋ ਬੁੱਤ ਜਿਹੜਾ ਲੱਗ ਰਿਹਾ ਆ ਉਸ ਦੇ ਥੱਲੇ ਜਿਹੜੀ ਜਾਣਕਾਰੀ ਆ ਉਹ ਵੀ ਦਿੱਤੀ ਜਾਊਗੀ, ਜਿਸ ਤੋਂ ਬਹੁਤ ਕੁਝ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆ ਜਾਂ ਨੌਜਵਾਨ ਬੱਚੇ ਬੱਚੀਆਂ ਨੇ ਉਹਨਾਂ ਨੂੰ ਸਿੱਖਣ ਨੂੰ ਤੇ ਇਤਿਹਾਸ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਨ ਨੂੰ ਜਿਹੜਾ ਆ ਉਹ ਜ਼ਰੂਰ ਮਿਲੇਗਾ। ਸੋ ਸਿੱਖਾਂ ਦੀਆਂ ਕੁਰਬਾਨੀਆਂ ਜਿਹੜੀਆਂ ਆ ਉਹ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਬਹੁਤ ਸਾਰੀਆਂ ਹੈ, ਪਰ ਹਮੇਸ਼ਾ ਹੀ ਇਹਨਾਂ ਨੂੰ ਪਿੱਛੇ ਜਿਹੜਾ ਆ ਉਹ ਰੱਖਿਆ ਗਿਆ ਹੈ। ਸੋ ਕੱਲ ਨੂੰ ਉਦਘਾਟਨ ਇਸ ਬੁੱਤ ਦਾ ਜਿਹੜਾ ਹੋਣ ਜਾ ਰਿਹਾ ਹੈ ਜੀ। ਠੀਕ ਹੈ ਜੀ। ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਪੱਟੀ ਸਾਹਿਬ, ਮੈਂ ਤੁਹਾਡੇ ਵੱਲ ਆਵਾਂ ਕਿ ਜਿਵੇਂ ਕਿ ਕਹਿੰਦੇ ਹੁੰਦੇ ਆ ਕਹਾਵਤ ਆਮ ਵੀ ਦੇਰ ਆਏ ਦਰੁਸਤ ਆਏ, ਇਹ ਸਰਕਾਰ ਨੇ ਜਿਹੜਾ ਇੱਕ ਚੰਗਾ ਕਦਮ ਇੱਕ ਫੈਸਲਾ ਲਿਆ ਵਾ ਬੁੱਤ ਲਗਾਉਣ ਦਾ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਵੇਖੋ ਜੀ, ਫੈਸਲਾ ਤੇ ਸਰਕਾਰ ਦਾ ਸ਼ਲਾਘਾਯੋਗ ਆ, ਲੇਕਿਨ ਲਿਆ ਬਹੁਤ ਦੇਰ ਬਾਅਦ ਆ। ਜੇ ਬੁੱਤਾਂ ਦੀ ਸਿਆਸਤ ਦੇ ਵਿੱਚ ਮੈਂ ਜਾਵਾਂ ਤੇ ਜਿਹੜਾ ਹਾਲਗੇਟ ਦੇ ਬਾਅਦ ਅੰਮ੍ਰਿਤਸਰ ਭਗਤ ਸਿੰਘ ਦਾ ਬੁੱਤ ਲੱਗਾ ਵਾ, ਭਗਤ ਸਿੰਘ ਦਾ ਬੁੱਤ ਤੇ ਮਦਨ ਲਾਲ ਢੀਂਗਰੇ ਦਾ ਬੁੱਤ 1972 ਚ ਬਣਾਇਆ ਗਿਆ ਸੀਗਾ। ਉਹ ਕਰੀਬ ਮੇਰੇ ਖਿਆਲ ਵੀ 29 ਸਾਲ ਉਹ ਪੈਕ ਰਹੇ ਨੇ ਬੁੱਤ ਜਿਹੜੇ ਸੀ ਆਪਣੇ ਕਿਸੇ ਬਖਸ਼ੇ ਦੇ ਵਿੱਚ। ਅੱਛਾ, 1991 ਦੇ ਵਿੱਚ ਬੁੱਤ ਲਾਏ ਗਏ ਨੇ। ਦੋਵੇਂ ਵੱਡੇ ਜਰਨੈਲ ਸਨ, ਸਾਡੇ ਆਜ਼ਾਦੀ ਘੁਲਾਟੀਏ ਸਨ। ਭਗਤ ਸਿੰਘ ਬਾਰੇ ਤਾਂ ਜਾਣਦੇ ਹੀ, ਮਦਨ ਲਾਲ ਢੀਂਗਰੇ ਬਾਰੇ ਸ਼ਾਇਦ ਨਾ ਜਾਣਦੇ ਹੋਣ। ਪਤਾ ਨਹੀਂ ਕਿਉਂ ਸਾਡੀਆਂ ਸਰਕਾਰਾਂ ਨੂੰ ਭਗਤ ਸਿੰਘ ਦਾ ਬੁੱਤ ਜਿਹੜਾ ਪਿਸਤੌਲ ਦਾ ਹੱਥ 'ਚ ਫੜਾ ਕੇ ਲਾਉਣ ਵਾਲਾ ਸੀਗਾ ਇੱਥੇ ਹਾਲਗੇਟ ਦੇ ਬਾਹਰ, ਕਿਉਂ ਡਰਦੀਆਂ ਨੇ ਸਰਕਾਰਾਂ?
1991 ਵਿੱਚ ਫਿਰ ਸਰਦਾਰ ਕਿਰਪਾਲ ਸਿੰਘ MP ਸੀ, ਉਹਨਾਂ ਬੜੀ ਜਹਿਦ ਕਰਕੇ ਉਹ ਬੁੱਤ ਲਵਾਇਆ ਸੀਗਾ। ਮੈਂ ਇਹ ਜੇ ਥੋੜਾ ਜਿਹਾ ਪਿਛੋਕੜ ਜਾਊਂਗਾ ਵੀ ਸਾਡੇ 1967 ਤੱਕ 1947 ਤੋਂ ਲੈ ਕੇ 1967 ਤੱਕ ਸਾਡੇ ਲੀਡਰ ਨੂੰ ਅੱਤਵਾਦੀ ਦੱਸਦੇ ਰਹੇ ਨੇ, ਵੱਖਵਾਦੀ ਦੱਸਦੇ ਰਹੇ ਨੇ। 1967 ਦੇ ਵਿੱਚ ਜਦੋਂ ਪੰਜਾਬ ਸਟੂਡੈਂਟ ਯੂਨੀਅਨ, ਜਦੋਂ ਵਿਦਿਆਰਥੀਆਂ ਦਾ ਦੌਰ ਆਇਆ, ਉਹਨਾਂ ਨੇ ਫਿਰ ਕਿਹਾ ਸਾਡੇ ਸ਼ਹੀਦ ਨੇ ਇਹ। ਉਸ ਤੋਂ ਬਾਅਦ ਇਹ ਸ਼ਹੀਦਾਂ ਦੇ ਸਿਆਸਤ ਹੋਈ, ਫਿਰ ਊਧਮ ਸਿੰਘ ਦੀਆਂ ਅਸਥੀਆਂ ਲਿਆਂਦੀਆਂ ਗਈਆਂ ਉੱਥੋਂ ਇੰਗਲੈਂਡ ਦੇ ਵਿੱਚੋਂ, ਉਹਨਾਂ ਦੀ ਭੈਣ ਨੂੰ ਸਨਮਾਨ ਤੇ ਕੀਤਾ ਗਿਆ, ਬੜਾ ਕੁਝ ਕੀਤਾ ਗਿਆ। ਲੇਕਿਨ ਇਹ ਬੁੱਤ ਜਿਹੜਾ ਲਾਇਆ ਜਾ, ਬਹੁਤ ਦੇਰ ਬਾਅਦ ਲਾਇਆ ਜਾ, ਲੇਕਿਨ ਜਿਹੜਾ ਬੁੱਤ ਪਹਿਲਾਂ ਭਗਤ ਸਿੰਘ ਲਾਇਆ ਗਿਆ, ਜੇ 29 ਸਾਲ ਉਹ ਬੁੱਤ ਨਹੀਂ ਲਾਇਆ ਗਿਆ, ਉਹਦੇ ਕੀ ਕਾਰਨ ਸਨ ਇਹ ਵੀ ਪਤਾ ਕੀਤਾ ਜਾਣਾ ਚਾਹੀਦਾ। 72 ਦੇ ਵਿੱਚ ਬੁੱਤ ਬਣ ਕੇ ਆ ਕੇ ਤਿਆਰ ਹੋ ਕੇ ਰੱਖੇ ਗਏ ਦੋਵੇਂ ਬੁੱਤ। ਫਿਰ ਮਦਨ ਲਾਲ ਢੀਂਗਰੇ ਦਾ ਬੁੱਤ ਜਿਹੜਾ ਸੀ ਉਸ ਜਗ੍ਹਾ ਲਾਇਆ ਜਿੱਥੇ ਕੂੜਾ ਕਰਕਟ ਤੇ ਪਾਣੀ ਪੂਣੀ ਖੜਾ ਰਹਿੰਦਾ ਸੀਗਾ। 17 ਜੁਲਾਈ 2009 ਨੂੰ ਮਦਨ ਲਾਲ ਢੀਂਗਰੇ ਦੀ ਜਨਮ ਸ਼ਤਾਬਦੀ ਸੀਗੀ, ਜਿਹਦੇ ਵਿੱਚ ਸਰਕਾਰ ਨੂੰ ਕੋਈ ਖਬਰ ਨਹੀਂ। ਮੇਰੇ ਕੋਲ ਇੱਕ ਮੁੰਡਾ ਕੰਮ ਕਰਦਾ ਹੁੰਦਾ ਸੀ, ਮਨੋਜਕਰ ਕਾਮਰੇਡ, ਉਹਨੇ ਮੇਰੇ ਨਾਲ ਗੱਲ ਕੀਤੀ। ਅਸੀਂ ਕਿਤਾਬ ਲਿਆਂਦੀ, ਰਾਤੋਂ ਰਾਤ ਪੜ੍ਹੀ, ਪੜ੍ਹ ਕੇ ਤੇ ਤਿਆਰੀ ਕੀਤੀ ਵੀ ਅਸੀਂ ਇਹਦਾ ਮਨਾਵਾਂਗੇ, ਸ਼ਤਾਬਦੀ ਮਨਾਵਾਂਗੇ। DAV ਕਾਲਜ ਦੇ ਪ੍ਰਿੰਸੀਪਲ SK ਸ਼ਰਮਾ ਹੁੰਦੇ ਸੀ, ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਸੈਮੀਨਾਰ ਕਰਾਇਆ ਉਹਨਾਂ ਦੀ ਯਾਦ ਦੇ ਵਿੱਚ। ਸਰਕਾਰ ਦੀਆਂ ਅੱਖਾਂ ਫਿਰ ਉਗੜੀਆਂ। ਫਿਰ ਸਰਕਾਰ ਨੇ 1 ਹਫ਼ਤੇ ਬਾਅਦ, ਉਦੋਂ ਬਾਅਦ ਉਹਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਜਿਹੜਾ ਸੀ ਬਾਦਲ ਸਰਕਾਰ ਸੀ, ਉਹਨਾਂ ਨੇ ਫਿਰ ਇੱਕ ਹਫ਼ਤੇ ਬਾਅਦ ਜਿਹੜਾ ਸੀ ਇੱਕ ਸਟੇਟ ਲੈਵਲ ਦਾ ਫੰਕਸ਼ਨ ਰੱਖਿਆ ਸੀਗਾ। ਇਸ ਕਰਕੇ ਇਹਨਾਂ ਸਾਡੇ ਲੀਡਰਾਂ ਨੂੰ, ਉਹਨਾਂ ਸਾਡੇ ਅੱਜ ਵੀ ਡਰ ਲੱਗਦਾ ਉਹਨਾਂ ਕੋਲੋਂ, ਜਿਹਦੇ ਕਰਕੇ ਇਹ ਦੇਰੀ ਹੋਈ ਊਧਮ ਸਿੰਘ ਦੇ ਬੁੱਤ ਲਾਉਣ ਦੀ। ਊਧਮ ਸਿੰਘ ਦੀ ਕੁਰਬਾਨੀ ਨੂੰ ਕਦੀ ਵੀ ਘਟਾ ਕੇ ਨਹੀਂ ਵੇਖਿਆ ਜਾਣਾ ਚਾਹੀਦਾ। ਪਰ ਫਿਰ ਵੀ ਮੈਂ ਕਹੂੰਗਾ ਸਾਡੇ ਰਾਜਨਾਥ ਸਿੰਘ ਜਿਹੜੇ ਉਹ ਵਧਾਈ ਦੇ ਪਾਤਰ ਆ, ਜਿਹੜੇ ਬੁੱਤ ਆਪ ਉਹਨਾਂ ਦੀ ਤਿਆਰੀ ਕਰਕੇ ਆਪ ਬੁੱਤ ਲਗਾ ਰਹੇ ਨੇ। ਸਟੇਟ ਗਵਰਨਮੈਂਟ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ। ਇਹਦੇ ਵਿੱਚ ਲੰਮਾ ਸਮਾਂ ਕਾਂਗਰਸ ਦੀ ਇੰਦਰਾ ਗਾਂਧੀ ਵੀ ਜਿਹੜੀ ਮੈਨੇਜਮੈਂਟ ਹੈਗੀ, ਇਹਨਾਂ ਦੀ ਆਪਣਾ ਟਰਸਟ ਹੈਗਾ ਜਲਿਆਂਵਾਲਾ ਬਾਗ, ਸੋਨੀਆ ਗਾਂਧੀ ਵੀ ਟਰਸਟੀ ਰਹੀ ਹੈ, ਲੇਕਿਨ ਕਦੀ ਕਿਸੇ ਸੋਚਿਆ ਨਹੀਂ ਵੀ ਅਸੀਂ ਇਹਨਾਂ ਬੁੱਤ ਲਾਈਏ ਆਪਣੇ ਊਧਮ ਸਿੰਘ ਦਾ। ਲੇਕਿਨ ਅੱਜ ਜੇ ਊਧਮ ਸਿੰਘ ਦਾ ਬੁੱਤ ਲੱਗ ਰਿਹਾ ਤੇ ਇਸ ਕਰਕੇ ਮੈਂ ਕਹੂੰਗਾ ਭਾਵੇਂ ਉਹ ਜੋ ਮਰਜ਼ੀ ਆ, ਰਾਜਨਾਥ ਸਿੰਘ ਵਧਾਈ ਦੇ ਪਾਤਰ ਨੇ। ਜਿਹੜੀ ਇਹਨਾਂ ਦੀ ਇੱਕ ਬੋਝ ਜਥੇਬੰਦੀ ਆ, ਉਹ ਵਧਾਈ ਦੇ ਪਾਤਰ ਨੇ, ਜਿਹਦੇ ਕਰਕੇ ਬੁੱਤ ਲੱਗ ਗਿਆ। ਉਹ ਬੁੱਤ ਲੱਗਣੇ ਚਾਹੀਦੇ ਆ, ਪਰ ਮੈਂ ਇਹ ਵੀ ਨਾਲ ਕਹੂੰਗਾ ਬੁੱਤ ਲਾ ਕੇ ਉਹਨਾਂ ਦਾ ਸਤਿਕਾਰ ਵੀ ਕੀਤਾ ਜਾਣਾ ਚਾਹੀਦਾ ਵਾ। ਇਹ ਨਹੀਂ ਮੁੜ ਕੇ ਤੁਸੀਂ ਇੱਕ ਸਰਕਾਰ ਬਦਲੀ ਦੂਜੀ ਤੋੜਨਾ ਸ਼ੁਰੂ ਕਰ ਦੇਵੇ ਉਹਨੂੰ। ਠੀਕ ਹੈ ਭਾਈ ਸਾਹਿਬ, ਭਾਈ ਕਮਲਜੀਤ ਸਿੰਘ ਜੀ ਸਿੱਧੂ, ਡਾਕਟਰ ਸਾਹਿਬ, ਮੈਂ ਤੁਹਾਡੇ ਇਲਾਵਾ ਜਿਵੇਂ ਕਿ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਨੇ ਇੱਕ ਬੜੀ ਵਧੀਆ ਗੱਲ ਕਹੀ ਹੈ ਕਿ ਉਹਨਾਂ ਦਾ ਬੁੱਤ ਲਾਉਣ ਤੋਂ ਬਾਅਦ ਉਹਨਾਂ ਦਾ ਸਤਿਕਾਰ ਵੀ ਹੋਣਾ ਚਾਹੀਦਾ ਆ। ਤੁਸੀਂ ਕੀ ਕਹਿਣਾ ਚਾਹੋਗੇ? ਜੀ ਬਿਲਕੁਲ, ਇਹਦੇ ਵਿੱਚ ਇਵੇਂ ਹੈ ਕਿ ਪਹਿਲਾਂ ਜਿਹੜੇ ਬੁੱਤ ਹੈ ਉਹ ਲਾਏ ਗਏ ਆ ਪੰਜਾਬ ਦੇ ਵਿੱਚ, ਤਾਂ ਮੈਂ ਸ਼ਹੀਦ ਊਧਮ ਸਿੰਘ ਦੇ ਬੁੱਤਾਂ ਬਾਰੇ ਅਗਰ ਗੱਲ ਕਵਾਂ, ਹੁਣ ਤੱਕ ਪੰਜਾਬ ਦੇ ਵਿੱਚ ਜਿੱਥੇ ਵੀ ਬੁੱਤ ਲੱਗੇ ਆ, ਇਹ ਰਾਜਨਾਥ ਸਿੰਘ ਹੋਰਾਂ ਦੀ ਜਿਹੜੀ ਹੁਣ ਪੱਟੀ ਸਾਹਿਬ ਨੇ ਜਿਵੇਂ ਕਿਹਾ ਕਿ ਉਹਨਾਂ ਨੇ ਵਧਾਈ ਦੇ ਪਾਤਰ ਆ ਕਿ ਉਹਨਾਂ ਨੇ ਪਹਿਲ ਕੀਤੀ ਹੈਗੀ ਆ, ਔਰ ਪਹਿਲੀਆਂ ਸਰਕਾਰਾਂ ਨੇ ਇਹੋ ਜਿਹਾ ਕੋਈ ਉਦਮ ਨਹੀਂ ਕੀਤਾਗਾ। ਤੇ ਇੱਥੇ ਕਹਿਣਾ ਬਣਦਾ ਇਹ ਆ ਵੀ ਜਿਵੇਂ ਵੈਸੇ ਤਾਂ ਮੈਂ ਇਸ ਜਾਤ ਪਾਤ ਵਾਲੇ ਪੱਖ 'ਚ ਨਹੀਂ ਪੈਂਦਾ, ਪਰ ਜਿਵੇਂ ਕਿ ਉਹ ਕੰਬੋਜ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੀਗੇ, ਤਾਂ ਕੰਬੋਜ ਭਾਈਚਾਰੇ ਵੱਲੋਂ ਹੀ ਕਾਫੀ ਲੰਬੇ ਸਮੇਂ ਤੋਂ ਜਿਹੜੀ ਜੱਦੋਜਹਿਦ ਆ ਉਹ ਕੀਤੀ ਜਾ ਰਹੀ ਸੀ ਬੁੱਤ ਲਾਉਣ ਦੀ, ਔਰ ਉਹਨਾਂ ਦੀਆਂ ਕੋਸ਼ਿਸ਼ਾਂ ਸੀਗੀਆਂ ਉਹ ਸਫਲ ਵੀ ਹੋਈਆਂ ਕਿ ਘੱਟੋ ਘੱਟ 1.5 ਦਹਾਕਾ ਲੰਬੀ ਕੋਸ਼ਿਸ਼ ਜਿਹੜੀ ਸੀਗੀ ਉਹ ਸਫਲ ਹੋਈ ਹੈ। ਤੇ ਇਸੇ ਤਰ੍ਹਾਂ ਹੀ ਮੈਨੂੰ ਸੁਨਾਮ ਵਿੱਚ ਜਾਣ ਦਾ ਮੌਕਾ ਮਿਲਿਆ, ਇਹਨਾਂ ਦੇ ਘਰ ਜਾਣ ਦਾ ਮੌਕਾ ਮਿਲਿਆ, ਜਿਹੜਾ ਕਿ ਸੁਨਾਮ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਘਰ ਹੈ। ਉੱਥੇ ਵੀ ਦੋਵਾਂ ਚੌਂਕਾਂ ਦੇ ਵਿੱਚ ਜਿਹੜੇ ਆ 2-3 ਬੁੱਤ ਉੱਥੇ ਲੱਗੇ ਹੋਏ ਆ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੀ ਸ਼ਹੀਦ ਊਧਮ ਸਿੰਘ ਹੋਰਾਂ ਦਾ ਬੁੱਤ ਲੱਗਿਆ। ਅਫਸੋਸ ਇਸ ਗੱਲ ਦਾ ਹੁੰਦਾ ਹੈ ਕਿ ਸਾਂਭ ਸੰਭਾਲ ਪੱਖ ਤੋਂ ਜਦੋਂ ਸ਼ਹੀਦ ਦਿਹਾੜਾ ਆਉਂਦਾ ਆ ਜਾਂ ਫਿਰ ਉਹਦਾ ਸ਼ਹੀਦ ਦਾ ਜਨਮ ਦਿਨ ਆਉਂਦਾ ਹੈਗਾ, ਸਿਰਫ ਅਸੀਂ ਉਦੋਂ ਹੀ ਉਹਨਾਂ ਦਾ ਖਿਆਲ ਰੱਖਦੇ ਹਾਂ। ਬਾਕੀ ਦਿਨਾਂ ਦੇ ਵਿੱਚ ਉਹ ਮਿੱਟੀ ਘੱਟੇ ਦੇ ਨਾਲ ਜਿਹੜੇ ਆ ਉਹ ਸੜਦੇ ਰਹਿੰਦੇ ਆ ਪੁੱਤ, ਕੋਈ ਉਹਨਾਂ ਦੀ ਰੱਖ ਰਖਾਵ ਧਿਆਨ ਨਹੀਂ ਹੈਗਾ। ਕਬੂਤਰ ਜਿਹੜੇ ਆ ਉਹ ਬਿੱਠਾਂ ਉੱਤੇ ਕਰੀ ਜਾਂਦੇ ਆ, ਖਰਾਬ ਹੋਈ ਜਾਂਦੇ ਆ। ਤਾਂ ਮੇਰਾ ਕਹਿਣਾ ਇਹ ਹੈਗਾ ਕਿ ਸਿਰਫ ਸ਼ਹੀਦੀ ਦਿਹਾੜਾ ਜਾਂ ਜਨਮ ਦਿਵਸ ਦੇ ਉੱਤੇ ਹੀ ਜਿਹੜੇ ਬੁੱਤ ਹੈ ਉਹ ਸਾਫ਼ ਸਫਾਈ ਨਹੀਂ ਹੋਣੀ ਚਾਹੀਦੀ। ਜੇ ਸਹੀ ਅਰਥਾਂ ਵਿੱਚ ਅਸੀਂ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ
ਤੇ ਆਮ ਦਿਨਾਂ ਦੇ ਵਿੱਚ ਵੀ ਜਿਹੜੇ ਆ ਉਹਨਾਂ ਦੀ ਜਿਹੜੀ ਆ ਰੱਖ ਰਖਾਅ ਤੇ ਸਾਫ਼ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈਗਾ। ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਉਹ ਬੁੱਤ ਜਿਹੜੇ ਹੈਗੇ ਆ ਜਿਸ ਜਗ੍ਹਾ ਵੀ ਲੱਗੇ ਹੋਣ ਉੱਥੇ ਉਹਨਾਂ ਦਾ ਪੂਰਾ ਵੇਰਵਾ ਵੀ ਦਿੱਤਾ ਜਾਵੇ, ਤਾਂ ਕਿ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਦੇ ਬੱਚੇ ਆ ਜਿਹੜੇ ਕਿ ਆਪਣੇ ਵਿਰਾਸਤ ਨਾਲੋਂ ਟੁੱਟਦੇ ਜਾ ਰਹੇ ਆ, ਉਹਨਾਂ ਨੂੰ ਉੱਥੇ ਲਿਜਾ ਕੇ ਵਿਖਾਇਆ ਜਾਵੇ ਕਿ ਇਹ ਸਾਡੀ ਕੌਮ ਦੇ ਸ਼ਹੀਦ ਆ, ਔਰ ਕੌਮ ਦੇ ਸ਼ਹੀਦ ਸਦਾ ਹੀ ਉਹ ਕੌਮਾਂ ਜਿਉਂਦੀਆਂ ਜਿਹੜੀਆਂ ਆਪਦੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ। ਠੀਕ ਹੈ ਭਾਈ ਸਾਹਿਬ, ਭਾਈ ਹਰਿੰਦਰ ਸਿੰਘ ਜੀ, ਜਿਵੇਂ ਕਿ ਉਹਨਾਂ ਨੇ ਗੱਲ ਇਹ ਕਹੀ ਆ ਬਈ ਜਿਹੜਾ ਸਾਂਭ ਸੰਭਾਲ ਦਾ ਕੰਮ ਆ ਬੁੱਤ ਲਾਏ ਜਾਂਦੇ ਆ ਲੇਕਿਨ ਉਹਦੀ ਬਾਅਦ ਵਿੱਚ ਸਾਂਭ ਸੰਭਾਲ ਨਹੀਂ ਹੁੰਦੀ, ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਇਹਨਾਂ ਦੀ ਗੱਲ ਦਰੁਸਤ ਆ ਕਿ ਜਿਹੜੇ ਚੌਂਕਾਂ ਦੇ ਵਿੱਚ ਬੁੱਤ ਅਸੀਂ ਦੇਖਦੇ ਆ, ਵੱਖ-ਵੱਖ ਸ਼ਹੀਦਾਂ ਦੇ ਜਿਹੜੇ ਬੁੱਤ ਲਗਾਏ ਗਏ ਆ, ਉਹ ਸਾਂਭ ਸੰਭਾਲ ਦੇ ਪੱਖੋਂ ਤਾਂ ਵਾਕਿਆ ਹੀ ਹਾਲਤ ਜਿਹੜੀ ਤਰਸਯੋਗ ਆ ਕਿ ਉਹਨਾਂ ਨੂੰ ਸਫਾਈ ਨਹੀਂ ਕੀਤੀ ਜਾਂਦੀ, ਕਿਉਂਕਿ ਮਿੱਟੀ ਘੱਟਾ ਜਿਹੜਾ ਬਹੁਤ ਆ, ਰੋਜ਼ ਜਿਹੜੀ ਮਿੱਟੀ ਉਹ ਪੈਂਦੀ ਆ ਉਹਨਾਂ ਦੇ ਉੱਤੇ, ਤੇ ਉਹਨਾਂ ਨੂੰ ਉਦੋਂ ਹੀ ਸਾਫ਼ ਕੀਤਾ ਜਾਂਦਾ ਹੈ ਜਦੋਂ ਜਾਂ ਤਾਂ ਸ਼ਹੀਦੀ ਦਿਹਾੜਾ ਹੁੰਦਾ ਜਾਂ ਜਨਮ ਦਿਹਾੜਾ ਹੁੰਦਾ ਆ। ਪਰ ਸ਼ਾਇਦ ਜਿਹੜਾ ਇਹ ਬੁੱਤ ਜਲਿਆਂਵਾਲਾ ਬਾਗ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਲਗਾਇਆ ਜਾ ਰਿਹਾ ਆ ਕੱਲ ਨੂੰ, ਜਿਸ ਦਾ ਉਦਘਾਟਨ ਹੋਣਾ ਆ, ਮੈਨੂੰ ਲੱਗਦਾ ਕਿ ਇਸ ਪੱਖ ਦੇ ਉੱਤੋਂ ਇਹ ਬੁੱਤ ਜਿਹੜਾ ਇਸ ਦੀ ਸਾਂਭ ਸੰਭਾਲ ਜਿਹੜੀ ਆ ਇੱਥੇ ਅੱਛੇ ਤਰੀਕੇ ਨਾਲ ਹੋ ਸਕੇਗੀ, ਕਿਉਂਕਿ ਬਕਾਇਦਾ ਉੱਥੇ ਇੱਕ ਕਮੇਟੀ ਜਿਹੜੀ ਆ ਕੰਮ ਕਰਦੀ ਹੈ, ਉੱਥੇ ਉਹਨਾਂ ਨੇ ਬੰਦੇ ਰੱਖੇ ਹੋਏ ਆ, ਕਿਉਂਕਿ ਉੱਥੇ ਸੈਲਾਨੀ ਬਹੁਤ ਸਾਰੇ ਰੋਜ਼ ਜਲਿਆਂਵਾਲਾ ਬਾਗ ਵਿਖੇ ਆਉਂਦੇ ਆ, ਤੇ ਇਸ ਕਰਕੇ ਇੱਥੇ ਜਿਹੜੀ ਹਰ ਇੱਕ ਚੀਜ਼ ਆ ਉਸ ਦੀ ਸਾਫ਼ ਸਫਾਈ ਦਾ ਜਿਹੜਾ ਖਾਸ ਪ੍ਰਬੰਧ ਰੱਖਿਆ ਜਾਂਦਾ ਆ, ਮੁਕਾਬਲੇ ਕਿ ਜਿਹੜੇ ਦੂਸਰੇ ਚੌਂਕਾਂ ਦੇ ਵਿੱਚ ਬੁੱਤ ਆ ਉਹਨਾਂ ਦਾ ਧਿਆਨ ਜਿਹੜਾ ਆ ਉਹਨਾਂ ਜਿਹੜਾ ਆ ਉਹ ਨਹੀਂ ਕੀਤਾ ਜਾਂਦਾ। ਉਹ ਉਸ ਮੌਕੇ ਤੇ ਹੀ ਕੀਤਾ ਜਾਂਦਾ ਹੈ ਜਦੋਂ ਜਾਂ ਤਾਂ ਜਨਮ ਦਿਹਾੜਾ ਜਾਂ ਸ਼ਹੀਦੀ ਦਿਹਾੜਾ ਆਉਂਦਾ ਆ। ਸੋ ਆਸ ਇਹੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਬੁੱਤ ਲਗਾਏ ਜਾਂਦੇ ਆ ਉਹਨਾਂ ਦੀ ਸਾਂਭ ਸੰਭਾਲ ਵੱਲ ਵੀ ਜਿਹੜਾ ਸਰਕਾਰ ਆ ਉਹ ਉਚੇਚ ਤੌਰ ਦੇ ਉੱਤੇ ਜਿਹੜਾ ਧਿਆਨ ਦੇਵੇ, ਪ੍ਰਬੰਧ ਕਰੇ, ਬਕਾਇਦਾ ਜਿਹੜੇ ਬੰਦੇ ਆ ਉਹ ਰੱਖੇ ਜਾਣ ਕਿ ਜਿਹੜੇ ਖਾਸ ਤੌਰ ਦੇ ਉੱਤੇ ਨਾ ਬੁੱਤਾਂ ਦੀ ਸਾਂਭ ਸੰਭਾਲ ਦਾ ਕੰਮ ਹੀ ਜਿਹੜਾ ਆ ਉਹ ਕਰਨ। ਸੋ ਤੁਸੀਂ ਜਾਣੀ ਇਹ ਮੰਗ ਕਰਦੇ ਹੋ ਵੀ ਬੁੱਤ ਲਾਉਣ ਤੋਂ ਬਾਅਦ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਉਹ ਵੀ ਹੋਣੀ ਚਾਹੀਦੀ ਆ? ਬਿਲਕੁਲ ਜੀ, ਬਿਲਕੁਲ ਹੋਣੀ ਚਾਹੀਦੀ ਆ, ਕਿਉਂਕਿ ਜੇਕਰ ਇੱਕ ਦਿਨ ਲਾ ਕੇ ਉਦਘਾਟਨ ਕਰਕੇ ਤੇ ਵੱਡੇ ਵੱਡੇ ਪ੍ਰੋਗਰਾਮ ਕਰਕੇ ਅਸੀਂ ਚਲੇ ਗਏ ਤੇ ਬਾਅਦ ਦੇ ਵਿੱਚ ਉਹਨਾਂ ਬੁੱਤਾਂ ਦੇ ਉੱਤੇ ਜੋ ਮਿੱਟੀ ਘੱਟਾ ਪੈਂਦਾ ਹੈ ਜਾਂ ਕਬੂਤਰ ਜਾਂ ਹੋਰ ਕੋਈ ਜਾਨਵਰ ਬੈਠਦੇ ਆ, ਬਿੱਠਾਂ ਕਰਦੇ ਆ, ਤਾਂ ਉਹ ਸਾਂਭ ਸੰਭਾਲ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਜਿਹੜੇ ਲੋਕ ਆ ਆਉਂਦੇ ਲੰਘਦੇ ਉਹਨਾਂ ਨੇ ਉਹ ਬੁੱਤ ਜਿਹੜੇ ਆ ਦੇਖਦੇ ਆ, ਨਜ਼ਰ ਆਉਂਦੇ ਆ, ਜਾਂ ਕੋਈ ਵਿਦੇਸ਼ ਤੋਂ ਕੋਈ ਇੱਥੇ ਆਉਂਦਾ ਆ ਤਾਂ ਉਹ ਜਦੋਂ ਇਹਨਾਂ ਬੁੱਤਾਂ ਨੂੰ ਦੇਖਦਾ ਆ ਉਹਨਾਂ ਦੀ ਹਾਲਤ ਜਿਹੜੀ ਅਜਿਹੀ ਹੋਈ ਹੁੰਦੀ ਆ ਦੇਖਦਾ, ਤਾਂ ਅੱਛਾ ਪ੍ਰਭਾਵ ਮੈਂ ਨਹੀਂ ਸਮਝਦਾ ਕਿ ਪੈਂਦਾ ਹੈ, ਮਾੜਾ ਪ੍ਰਭਾਵ ਪੈਂਦਾ ਹੈ। ਸੋ ਚਾਹੀਦਾ ਕਿ ਸਾਂਭ ਸੰਭਾਲ ਜ਼ਰੂਰ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਸਰਦਾਰ ਜਸਵੀਰ ਸਿੰਘ ਜੀ, ਤੁਹਾਡਾ ਬੜਾ ਲੰਬਾ ਤਜਰਬਾ ਆ, ਕਿਉਂਕਿ ਤੁਸੀਂ ਪੱਤਰਕਾਰੀ ਖੇਤਰ ਦੇ ਨਾਲ ਬੜੇ ਹੀ ਚਿਰਾਂ ਤੋਂ ਜੁੜੇ ਹੋਏ ਹੋ ਔਰ ਤੁਹਾਡਾ ਇਸ ਵੇਲੇ ਤਜਰਬਾ ਵੀ ਬਹੁਤ ਆ, ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਜਿਹੜੇ ਬੁੱਤ ਲਗਾਏ ਜਾਂਦੇ ਆ ਉਹ ਕੀ ਸੁਨੇਹਾ ਛੱਡਦੇ ਆ, ਕੀ ਉਹ ਇੱਕ ਪੈਗਾਮ ਦਿੰਦੇ ਆ? ਵੇਖੋ ਜੀ, ਇਹ ਪੈਗਾਮ ਸਾਨੂੰ ਆਪਣੇ ਦੇਸ਼ ਵਿੱਚ ਕੁਰਬਾਨੀ ਦਾ ਜਜ਼ਬਾ ਭਰਦੇ ਬੁੱਤ ਜਿਹੜੇ ਹੁੰਦੇ, ਜਦੋਂ ਬੁੱਤ ਅਸੀਂ ਵੇਖਦੇ ਹਾਂ ਥੱਲੇ ਉਹਦਾ ਇਤਿਹਾਸ ਪੜ੍ਹਦੇ ਹਾਂ, ਸਾਡੀ ਨੌਜਵਾਨ ਪੀੜ੍ਹੀ ਦੇ ਵਿੱਚ ਦੇਸ਼ ਪ੍ਰਤੀ ਜਿਹੜੀ ਹੈ ਨਾ ਇੱਕ ਜਜ਼ਬਾਤੀ ਭਾਵਨਾ ਪੈਦਾ ਹੁੰਦੀ ਵੀ ਦੇਸ਼ ਦੀ ਸੁਰੱਖਿਆ ਦੀ ਰਾਖੀ ਕਿਵੇਂ ਕਰਨੀ ਹੈ। ਜਿਸ ਦੇਸ਼ ਦਾ ਅੱਜ ਦੀ ਡੇਟ ਦੇ ਵਿੱਚ ਨੌਜਵਾਨ ਮਜ਼ਬੂਤ ਆ, ਉਹ ਆਪਣੇ ਇਤਿਹਾਸ ਤੋਂ ਵਾਕਿਫ ਆ, ਤੇ ਮੇਰਾ ਖਿਆਲ ਉਸ ਦੇਸ਼ ਨੂੰ ਰੱਖਿਆ ਦੀ ਕੋਈ ਕਮੀ ਨਹੀਂ, ਉਹਨੂੰ ਸਿਕਿਉਰਿਟੀ ਫੋਰਸਿਸ ਨਾ ਹੋਣ ਤੇ ਨੌਜਵਾਨ ਇੰਨੇ ਕੁ ਸਮਰਥ ਨੇ ਆਪਣੀ ਰੱਖਿਆ ਆਪ ਕਰਨ ਦੇ। ਪਿੱਛੇ ਜੇ ਸ਼ਾਇਦ ਤੁਸੀਂ ਸੁਣਿਆ ਹੋ ਵੀ RS ਵਾਲਾ ਕਿਹਾ ਸੀ ਸਾਡੇ ਕੋਲ ਜਵਾਨ ਹੈਗੇ ਵੀ ਅਸੀਂ ਸਰਹੱਦੀ ਰਾਖੀ ਕਰ ਸਕਦੇ ਹਾਂ। ਖੈਰ ਫੌਜਾਂ ਜ਼ਰੂਰ ਰੱਖਣੀਆਂ ਪੈਂਦੀਆਂ ਵਾ, ਲੇਕਿਨ ਇਹਨਾਂ ਬੁੱਤਾਂ ਦੀ ਜਿਹੜੀ ਹੈ ਨਾ, ਬੁੱਤਾਂ ਦੀ ਜਿਹੜੀ ਇਹਨਾਂ ਦੀ ਜਿਹੜੇ ਕਹਿ ਲਈਏ ਆਪਾਂ ਇਹਨਾਂ ਦੀ ਭਾਵਨਾ, ਉਹਨਾਂ ਉਸ ਭਾਵਨਾ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਥੱਲੇ ਪੂਰਾ ਇਤਿਹਾਸ ਲਿਖਿਆ ਜਾਵੇ, ਥੱਲੇ ਬਕਾਇਆ ਤੌਰ ਤੇ ਰਾਤ ਲਾਈਟ ਹੋ ਗਈ ਹੈ, ਰਾਤ ਪੈ ਗਈ, ਉਹ ਚਮਕਦੇ ਹੋਣੇ ਚਾਹੀਦੇ ਆ। ਜੇ ਰਾਤ ਨੂੰ ਕੋਈ ਰਾਤ ਨੂੰ ਪੜ੍ਹੇ ਉੱਥੇ ਆ ਕੇ, ਫਿਰ ਇਹਨਾਂ ਦੇ ਉੱਤੇ ਉਹ ਸਾਲ ਦੇ ਵਿੱਚ ਇਹ ਨਹੀਂ ਗੱਲ ਵੀ ਬੁੱਤ ਲਾ ਕੇ ਛੱਡ ਦਿੱਤਾ, ਉਹ ਬੁੱਤ ਦੇ ਨਜ਼ਦੀਕ ਕਿਤੇ ਕੋਈ ਛੋਟਾ ਜਿਹਾ ਸੈਮੀਨਾਰ ਕੀਤਾ ਜਾਵੇ, ਛੋਟਾ ਜਿਹਾ ਕੋਈ ਫੰਕਸ਼ਨ ਕੀਤਾ ਜਾਵੇ, ਉਹਨਾਂ ਦੀ ਯਾਦ ਦੇ ਵਿੱਚ ਵੀ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਇਹਨਾਂ ਦੀ ਇਸ ਬੁੱਤ ਦੀ ਮਹੱਤਤਾ ਕੀ ਹੈਗੀ ਹੈ, ਇਹ ਬੁੱਤ ਕਿਉਂ ਲਾਉਣੇ ਪਏ ਸਾਨੂੰ। ਇਸ ਕਰਕੇ ਮੈਂ ਕਹੂੰਗਾ ਜੇ ਬੁੱਤ ਅਜੇ ਵੀ ਕਹੀਏ ਅਸੀਂ, ਜਿਹੜਾ ਬੁੱਤ ਉਹ ਪ੍ਰੋਪਰ ਜਗ੍ਹਾ ਤੇ ਨਹੀਂ ਲੱਗਾ, ਉਹ ਬਾਗ ਦੇ ਵਿੱਚ ਨਹੀਂ ਹੈਗਾ, ਉਹ ਗੇਟ ਦੇ ਬਾਹਰ ਆ, ਜਿਹੜੀ ਮੇਨ ਸਟਰੀਟ ਆ ਉਹਦਾ ਬਾਹਰਲਾ ਜਿਹੜਾ ਗੇਟ ਉਹਦੇ ਨਾਲ ਖੱਬੇ ਹੱਥ ਲੱਗਾ ਬੁੱਤ। ਜੇ ਕਿਤੇ ਬਾਗ ਦੇ ਵਿੱਚ ਲਾਇਆ ਜਾਂਦਾ ਤੇ ਸ਼ਾਇਦ ਇਹਦੀ ਸ਼ਾਨ ਤੇ ਸ਼ਾਨ ਹੋਰ ਬਣ ਜਾਂਦੀ, ਉਹਦੇ ਘੇਰੇ ਦੇ ਬਾਗ ਦੇ ਵਿੱਚ ਉੱਥੇ ਫੁੱਲ ਬੂਟੇ ਲਾਏ ਗਏ, ਉਹ ਲਾਏ ਜਾਂਦੇ ਤੇ ਹੋਰ ਦੀ ਸ਼ਾਨ ਵੱਧਦੀ। ਖੈਰ ਉਹ ਨਹੀਂ ਲੱਗਾ ਤੇ ਵੱਖਰੀ ਗੱਲ ਹੈ, ਲੇਕਿਨ ਇੱਥੇ ਵੀ ਜੇ ਬੁੱਤ ਲੱਗ ਗਿਆ ਤੇ ਮੈਂ ਨਾ ਇਹ ਬੜੀ ਵੱਡੀ ਪ੍ਰਾਪਤੀ। ਔਰ ਮੈਂ ਇੱਕ ਗੱਲ ਹੋਰ ਕਹੂੰਗਾ, ਕੰਬੋਜ ਭਾਈਚਾਰੇ ਨੇ ਕੋਸ਼ਿਸ਼ ਕੀਤੀ ਤੇ ਬੁੱਤ ਲੱਗਾ,
ਕਿਉਂ ਆਕੀ ਭਾਈਚਾਰੇ ਨੇ ਕੀ ਹੋਇਆ ਸੀ? ਅਸੀਂ ਇਹਨੂੰ ਭਾਈਚਾਰਿਆਂ 'ਚ ਨਾ ਵੰਡੀਏ, ਅਸੀਂ ਇਹਨੂੰ ਜਾਤਾਂ 'ਚ ਨਾ ਵੰਡੀਏ, ਅਸੀਂ ਪਾਤਾਂ 'ਚ ਨਾ ਵੰਡੀਏ। ਇਹਨਾਂ ਨੂੰ ਸਿਰਫ ਆਪਣੇ ਦੇਸ਼ ਦੇ ਜਿਹੜੇ ਸਾਡੇ ਸੂਰਮੇ ਆ, ਸਾਡੇ ਆਜ਼ਾਦੀ ਘੁਲਾਟੀਏ, ਉਹਨਾਂ ਦੀ ਕਤਾਰ 'ਚ ਰੱਖੀਏ ਅਸੀਂ, ਤੇ ਵਧੀਆ ਰਹੂਗਾ। ਜੀ ਜੀ ਜੀ। ਤੇ ਮੈਂ ਡਾਕਟਰ ਸਾਹਿਬ ਕਮਲਜੀਤ ਸਿੰਘ ਜੀ ਸਿੱਧੂ ਤੁਹਾਡੇ ਵੱਲ ਆਵਾਂ ਕਿ ਜਿਵੇਂ ਉਹਨਾਂ ਨੇ ਬਹੁਤ ਵਧੀਆ ਗੱਲ ਆਖੀ ਆ ਕਿ ਜਿਹੜੇ ਸੂਰਬੀਰ ਹੁੰਦੇ ਆ ਜਾਂ ਯੋਧੇ ਹੁੰਦੇ ਆ ਉਹ ਕਦੇ ਜਾਤਾਂ ਪਾਤਾਂ ਦੇ ਵਿੱਚ ਨਹੀਂ ਉਹਨਾਂ ਨੂੰ ਵੰਡਿਆ ਜਾ ਸਕਦਾ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਇੱਕ ਸ਼ੇਰ ਨਾਲ ਇਹਦਾ ਜਵਾਬ ਦੇਣਾ ਚਾਹੂੰਗਾ ਕਿ ਕੋਈ ਤਾਂ ਹੁਨਰ ਹੋਵੇਗਾ, ਕੋਈ ਤਾਂ ਕਲਾ ਹੋਵੇਗੀ, ਲੋਕ ਐਵੇਂ ਤਾਂ ਬੁੱਤਾਂ ਦੇ ਕਾਇਲ ਨਹੀਂ ਹੁੰਦੇ। ਤਾਂ ਇਹਦੇ ਵਿੱਚ ਇਹ ਵੀ ਹੈ ਕਿ ਜਾਤ ਪਾਤ, ਜਿਵੇਂ ਕਿ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਕੰਬੋਜ ਭਾਈਚਾਰੇ ਦੇ ਬਾਰੇ ਚ ਮੈਂ ਕਾਫੀ ਸਾਰਾ ਕੰਮ ਖੋਜ ਦਾ ਕੀਤਾ ਹੈ ਜੀ। ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਹੁਣ ਦੇ ਆਗੂ ਹੈਗੇ ਆ, ਜਿਵੇਂ ਚੌਧਰੀ ਦੌਲਤ ਰਾਮ ਕੰਬੋਜ, ਜਿਨ੍ਹਾਂ ਦੇ ਇੱਕ ਬਹੁਤ ਵੱਡੀ ਪ੍ਰਾਪਤੀ ਸ਼ਹੀਦ ਊਧਮ ਸਿੰਘ ਹੋਰਾਂ ਦੀਆਂ ਜਿਹੜੀਆਂ ਅਸਥੀਆਂ ਲੰਦਨ ਤੋਂ ਲਿਆਉਣ ਦੇ ਵਾਸਤੇ ਉਹਨਾਂ ਨੇ ਬਹੁਤ ਲੰਬੇ ਸਮੇਂ ਦੀ ਜਹਿਦ ਕੀਤੀ ਹੈ। ਇੱਥੇ ਇਹ ਸਵਾਲ ਸਮੁੱਚੇ ਪੰਜਾਬੀ ਭਾਈਚਾਰੇ ਦੇ ਸਾਹਮਣੇ ਖੜਾ ਹੁੰਦਾ ਆ ਕਿ ਅਸੀਂ ਅੰਦਰੋਂ ਜਿਹੜੀ ਕੀਨਾ ਸਾੜਾ ਆ, ਜਾਤੀ ਪ੍ਰਥਾ ਜਿਹੜੀ ਉਹ ਸਾਡੇ ਅੰਦਰੋਂ ਜਾਂਦੀ ਨਹੀਂ ਹੈਗੀ। ਤੇ ਉੱਥੇ ਵੀ ਇਹੀ ਕੀਤਾ ਗਿਆ ਕਿ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਭਗਤ ਸਿੰਘ ਹੋਰਾਂ ਦੀਆਂ ਟੀ-ਸ਼ਰਟਾਂ ਤੋਂ ਲੈ ਕੇ, ਭਗਤ ਸਿੰਘ ਦੀਆਂ ਪੱਗਾਂ ਤੋਂ ਲੈ ਕੇ, ਭਗਤ ਸਿੰਘ ਹੋਰਾਂ ਦੀਆਂ ਤਸਵੀਰਾਂ ਤੋਂ ਲੈ ਕੇ, ਭਗਤ ਸਿੰਘ ਦੇ ਬੁੱਤ, ਭਗਤ ਸਿੰਘ ਹੋਰਾਂ ਦੀਆਂ ਫਿਲਮਾਂ, ਬਹੁਤ ਸਾਰਾ ਕੁਝ ਬਣਿਆ। ਜਦੋਂ ਕਿ ਸ਼ਹੀਦ ਆਜ਼ਮ ਜਿਹੜੇ ਆਪਣੇ ਊਧਮ ਸਿੰਘ, ਇਹਨਾਂ ਦੇ ਉੱਤੇ ਵੀ ਫਿਲਮ ਬਣੀ ਹੈ। ਪਰ ਜਿਹੜੇ ਬੁੱਤ ਮੈਂ ਦੇਖੇ ਹੈਗੇ ਔਰ ਕੰਬੋਜ ਭਾਈਚਾਰੇ ਦੇ ਜਿਹੜੇ ਆਗੂ, ਉਹਨਾਂ ਨਾਲ ਮੇਰੀ ਅਕਸਰ ਗੱਲਬਾਤ ਜਦੋਂ ਮੈਂ ਖੋਜ ਕਾਰਜ ਕਰ ਰਿਹਾ ਸੀਗਾ ਤੇ ਮੇਰੀ ਉਹਨਾਂ ਨਾਲ ਹੁੰਦੀ ਰਹਿੰਦੀ ਆ। ਉਹਨਾਂ ਨੇ ਮੈਨੂੰ ਇਸ ਗੱਲ ਦੀ ਬੜੀ ਉਹਨਾਂ ਨੇ ਖੇਦ ਵੀ ਪ੍ਰਗਟ ਕੀਤਾ। ਕਹਿੰਦੇ ਸਾਨੂੰ ਅਫਸੋਸ ਹੈ ਕਿ ਅਸੀਂ ਜਾਤ ਪਾਤ ਚ ਨਹੀਂ ਪੈਂਦੇ, ਕਿਉਂਕਿ ਉਹ ਖੁਦ ਮੰਨਦੇ ਸੀਗੇ ਕਿ ਉਹਨਾਂ ਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਸੀਗਾ ਤੇ ਉਹ ਖੁਦ ਜਾਤ ਪਾਤ ਤੋਂ ਬਹੁਤ ਉੱਪਰ ਉੱਠ ਚੁੱਕੇ ਸੀਗੇ। ਤੇ ਇਸ ਕਰਕੇ ਕਹਿੰਦੇ ਆ ਵੀ ਅਸੀਂ ਨਹੀਂ ਸੀ ਚਾਹੁੰਦੇ ਵੀ ਇਹ ਗੱਲ ਕਰਨੀ, ਪਰ ਸਾਨੂੰ ਮਜਬੂਰਨ ਕਹਿਣੀ ਪੈ ਰਹੀ ਹੈ ਕਿ ਜਿਹੜੇ 95% ਜਿਹੜੇ ਬੁੱਤ ਲਾਏ ਗਏ ਆ ਉਹ ਸਿਰਫ ਕੰਬੋਜ ਭਾਈਚਾਰੇ ਦੀਆਂ ਕੋਸ਼ਿਸ਼ਾਂ ਸਦਕਾ ਹੀ ਲਾਏ ਗਏ ਆ, ਤੇ ਬਾਕੀ ਜਿਹੜੇ 5% ਉਹ ਇੱਕਾ ਦੁੱਕਾ ਥਾਵਾਂ ਦੇ ਉੱਤੇ ਹੀ ਜਿਹੜੇ ਆ ਉਹ ਲਗਾਏ ਗਏ ਆ। ਤੇ ਗੱਲ ਇੱਥੇ ਸਵਾਲ ਇਹ ਸਾਡੇ ਬਾਕੀ ਭਾਈਚਾਰੇ ਤੇ ਹੁੰਦਾ ਹੈ ਕਿ ਅਸੀਂ ਆਪਦੇ ਸ਼ਹੀਦਾਂ ਨੂੰ ਵੀ ਜਾਤਾਂ ਪਾਤਾਂ 'ਚ ਵੰਡੀ ਬੈਠੇ ਹੈਗੇ। ਬੜੀ ਅਫਸੋਸ ਵਾਲੀ ਗੱਲ ਹੈ ਇਸ ਯੁੱਗ ਵਿੱਚ ਆ ਕੇ ਵੀ ਸਾਨੂੰ ਇਸ ਤੋਂ ਉੱਪਰ ਉੱਠਣਾ ਪਊਗਾ। ਸ਼ਹੀਦ ਸਭ ਕੌਮ ਦੇ ਜਿਹੜੇ ਆ ਉਹ ਸਾਂਝੇ ਹੁੰਦੇ ਆ ਔਰ ਇਹਨਾਂ ਦੀਆਂ ਸ਼ਹੀਦੀਆਂ ਦੀ ਵਜ੍ਹਾ ਕਰਕੇ ਹੀ ਅਸੀਂ ਅੱਜ ਆਜ਼ਾਦੀ ਦੇ ਜਿਹੜੇ ਨਿੱਘ ਮਾਣ ਰਹੇ ਹਾਂ। ਸੋ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੋਂ ਉੱਪਰ ਉੱਠਣਾ ਪਊਗਾ। ਠੀਕ ਹੈ ਜੀ ਭਾਈ ਸਾਹਿਬ, ਭਾਈ ਹਰਿੰਦਰ ਸਿੰਘ ਜੀ, ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਜਾਣਨੀ ਚਾਹਾਂਗਾ ਕਿ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਬੁੱਤ ਦੀ ਸਾਂਭ ਸੰਭਾਲ ਤੇ ਉਹ ਤੋਂ ਬਾਅਦ ਸੈਮੀਨਾਰ ਵੀ ਹੋਣੇ ਚਾਹੀਦੇ ਉੱਥੇ ਕਿ ਜਿਹੜਾ ਇਕੱਲਾ ਬੁੱਤ ਲਾ ਦਿੱਤਾ ਤੇ ਉਹ ਸਦੀਆਂ ਖੜਾ ਰਿਹਾ, ਉਹਦੇ ਬਾਰੇ ਕੋਈ ਜਾਣਕਾਰੀ ਨਹੀਂ। ਇਹ ਤੋਂ ਇਲਾਵਾ ਕੀ ਇੱਦਾਂ ਦੇ ਉੱਥੇ ਪ੍ਰੋਗਰਾਮ ਲੀਕਣੇ ਚਾਹੀਦੇ ਆ ਕਿ ਜਿਹੜਾ ਉਹ ਯਾਦ ਆਉਂਦੀ ਰਹੇ ਕਿ ਇਹ ਕਿਹੜਾ ਕੰਮ ਇਹਨਾਂ ਨੇ ਕੀਤਾ? ਬਿਲਕੁਲ ਜੀ, ਜਿਸ ਤਰ੍ਹਾਂ ਜਲਿਆਂਵਾਲੇ ਬਾਗ ਦੀ ਉਹ ਇਤਿਹਾਸਕ ਜਗ੍ਹਾ ਆ ਜਿੱਥੇ 1919 ਦੇ ਵਿੱਚ ਜੋ ਖੂਨੀ ਸਾਕਾ ਜਿਹੜਾ ਹੈ ਉਹ ਵਾਪਰਿਆ ਆ। ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿ ਉੱਥੋਂ ਦਾ ਇਤਿਹਾਸ ਕੀ ਆ ਉਸਦੀ ਇੱਕ ਛੋਟੀ ਕਿਤਾਬ ਵੀ ਛਾਪੀ ਜਾਣੀ ਚਾਹੀਦੀ ਆ। ਤੇ ਇੱਥੇ ਕੀ ਕੁਝ ਹੋਇਆ, ਕਿੰਨੀ ਸਨ ਦੇ ਵਿੱਚ ਹੋਇਆ, ਜਿਹੜੀ ਚੀਜ਼ ਲੋਕ ਲਿਖੀ ਪੜ੍ਹ ਕੇ ਜਾਂਦੇ ਆ ਉਹ ਸ਼ਾਇਦ ਕਿਤੇ ਨਾ ਕਿਤੇ ਜ਼ਿਆਦਾ ਚੇਤੇ 'ਚ ਨਹੀਂ ਰਹਿੰਦੀ, ਕਿਉਂਕਿ ਜਦੋਂ ਕੋਈ ਵਿਜ਼ਿਟ ਕਰਨ ਆਉਂਦਾ ਆ ਜਾਂ ਕਿਤੇ ਯਾਤਰਾ ਕਰਨ ਆਉਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜਾ ਸਿਆਣਾ ਬੰਦਾ ਹੈ ਉਹ ਲਿਖ ਕੇ ਲੈ ਕੇ ਜਾਂਦਾ ਹੈ ਨਾਲ ਕਿ ਕਿੱਥੇ ਕਿੱਥੇ ਮੈਂ ਕੀ ਵੇਖਿਆ। ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਜਿਹੜੇ ਲਿਖਦੇ ਨਹੀਂ, ਸਿਰਫ ਦੇਖ ਕੇ ਚਲੇ ਜਾਂਦੇ ਆ। ਸੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਛੋਟੀ ਕਿਤਾਬ ਜਿਹੜੀ ਆ ਉਹ ਵੀ ਛਾਪੀ ਜਾਵੇ ਜਿਸ ਦੇ ਵਿੱਚ ਉਸ ਸਬੰਧ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਕਿ ਜਲਿਆਂਵਾਲਾ ਬਾਗ ਹੈ, ਇੱਥੇ ਇੰਨੀ ਸਨ ਦੇ ਵਿੱਚ ਆਹ ਕੁਝ ਹੋਇਆ। ਉਸ ਤੋਂ ਬਾਅਦ ਦੇ ਵਿੱਚ ਸ਼ਹੀਦ ਊਧਮ ਸਿੰਘ ਹੋਰਾਂ ਨੇ 21 ਸਾਲ ਦੇ ਬਾਅਦ ਇਸ ਜਗ੍ਹਾ ਤੇ ਜਾ ਕੇ ਫਿਰ ਲੰਡਨ ਦੇ ਵਿੱਚ ਉਹ ਬਦਲਾ ਜਿਹੜਾ ਆ ਉਹ ਲਿਆ। ਕਿਸ ਤਰ੍ਹਾਂ ਦੇ ਨਾਲ ਊਧਮ ਸਿੰਘ ਜਿਹੜੇ ਉਹਨਾਂ ਦੇ ਦਿਮਾਗ ਦੇ ਉੱਤੇ ਇਸ ਚੀਜ਼ ਦਾ ਅਸਰ ਹੋਇਆ, ਕਿਉਂਕਿ ਉਹ ਉਦੋਂ ਖਾਲਸਾ ਸੈਂਟਰਲ ਯਤੀਮਖਾਨਾ ਜਿਹੜਾ ਅੰਮ੍ਰਿਤਸਰ ਦੇ ਪੁਤਲੀ ਘਰ ਵਿਖੇ ਆ, ਉੱਥੋਂ ਉਹਨਾਂ ਦੀ ਡਿਊਟੀ ਲੱਗੀ ਸੀਗੀ ਕਿ ਜਿਹੜੇ ਉੱਥੇ ਜ਼ਖਮੀ ਲੋਕ ਆ ਉਹਨਾਂ ਨੂੰ ਫਸਟ ਏਡ ਦੇਣੀ ਆ ਜਾਂ ਉਹਨਾਂ ਨੂੰ ਚੁੱਕ ਕੇ ਲੈ ਕੇ ਜਾਣਾ ਆ। ਉਸ ਚੀਜ਼ ਦੇ ਉੱਤੇ ਉਹਨਾਂ ਦੀ ਡਿਊਟੀ ਲੱਗੀ। ਉਸ ਚੀਜ਼ ਨੇ ਡੂੰਘਾ ਅਸਰ ਉਹਨਾਂ ਦੇ ਮਨ ਦੇ ਉੱਤੇ ਕੀਤਾ ਸੀਗਾ, ਜਿਸ ਚੀਜ਼ ਨੂੰ ਲੈ ਕੇ ਉਹਨਾਂ ਨੇ ਪ੍ਰਣ ਕੀਤਾ ਸੀਗਾ ਕਿ ਉਹ ਇਸ ਜੋ ਖੂਨੀ ਸਾਕਾ ਹੋਇਆ ਇਸ ਦਾ ਬਦਲਾ ਜ਼ਰੂਰ ਲੈਣਗੇ। ਸੋ ਇਹ ਸੋਚਣ ਵਾਲੀ ਗੱਲ ਆ। ਸੋ ਸਰਕਾਰਾਂ ਨੂੰ ਵੀ ਚਾਹੀਦਾ ਕਿ ਇਸ ਪਾਸੇ ਸੰਜੀਦਗੀ ਜਿਹੜੀ ਜ਼ਰੂਰ ਦਿਖਾਈ ਜਾਵੇ ਜੀ। ਤੇ ਭਾਈ ਸਾਹਿਬ, ਭਾਈ ਜਸਵੀਰ ਸਿੰਘ ਜੀ, ਜਿਵੇਂ ਕਿ ਗੱਲ ਕਰ ਰਹੇ ਸਨ ਹਰਿੰਦਰ ਸਿੰਘ ਜੀ ਕਿ ਜਦੋਂ ਉਹ ਯਤੀਮ ਖਾਨੇ ਦੇ ਵਿੱਚੋਂ ਉੱਥੇ ਵੇਖਣ ਵਾਸਤੇ ਗਏ, ਮਲਮ ਪੱਟੀਆਂ ਕਰਨ ਵਾਸਤੇ ਗਏ ਆ, ਤੇ ਉਹਨਾਂ ਦੇ ਅੰਦਰ ਇਹ ਜਜ਼ਬਾ ਉੱਠਿਆ ਜਾਂ ਉਹਨਾਂ ਦੇ ਅੰਦਰ ਇਹ ਭਾਵਨਾ ਉੱਠੀ ਆ ਕਿ
ਇਹ ਇੱਥੇ ਜੋ ਕੁਝ ਹੋਇਆ, ਮੈਂ ਆਪ ਤੋਂ ਇਹ ਜਾਣਨਾ ਚਾਹੁੰਦਾ ਕਿ ਉਹਨਾਂ ਦੀ ਉਹ ਭਾਵਨਾ ਉਸ ਵੇਲੇ ਕੀ ਸੀਗੀ ਤੇ ਉਹਨਾਂ ਨੇ ਕਿਉਂ ਕਸਮ ਖਾਧੀ ਕਿ ਉਹ ਇਹਦਾ ਬਦਲਾ ਲੈਣਗੇ। ਦੇਖੋ ਜੀ, ਜਿਹੜੀ ਗੱਲ ਆਪਾਂ ਕਹਿੰਦੇ ਜੀ ਉੱਥੇ ਪੱਟੀਆਂ ਵਾਸਤੇ ਗਏ ਸੀ ਜਾਂ ਕਿਸ ਤਰੀਕੇ ਗਏ ਸੀ, ਉਹਦੇ ਬਾਰੇ ਕਈ 2-3 ਰਾਵਾਂ ਹੈਗੀਆਂ। ਕੁਝ ਲੋਕ ਕਹਿੰਦੇ ਨੇ ਵੀ ਉਸ ਟਾਈਮ ਤੇ ਬਾਗ ਦੇ ਵਿੱਚ ਇੱਕ ਦਰਖਤ ਤੇ ਮਜ਼ਬੂਤ ਸੀ ਤੇ ਉਹ ਜਦੋਂ ਉਹ ਗੋਲੀ ਚੱਲਦੀ ਹੈ ਤਾਂ ਜੇ 2 ਫਾਂਗਲ ਹੁੰਦੇ ਦਰਖਤ ਦੇ ਵਿੱਚ ਡਿੱਗ ਪਏ, ਉਹਨਾਂ ਨੂੰ ਰਗੜਾਂ ਵੀ ਲੱਗੀਆਂ, ਉਹਦੇ ਵਿੱਚ ਕਰਕੇ ਉਹਨੇ ਡਿੱਗਣ ਕਰਕੇ ਉਹਨਾਂ ਦਾ ਬਚਾਅ ਹੋਇਆ। ਕੁਝ ਤੁਸੀਂ ਜਿਵੇਂ ਕਿਹਾ ਰਿੰਦਰੋਂ ਨੇ ਕਿਹਾ ਵੀ ਉੱਥੋਂ ਮਲ ਪੱਟੀ ਕਰਨਗੇ ਤਾਂ ਉਹਨਾਂ ਉਹ ਜੋ ਮੰਜ਼ਰ ਵੇਖਿਆ, ਉਹ ਜਿਹੜਾ ਦਰਦਨਾਕ ਮੰਜ਼ਰ ਵੇਖਿਆ ਤਾਂ ਉਹਦੇ ਭਾਵਨਾ ਮਨ ਚ ਪੈਦਾ ਹੋਈ ਵੀ ਮੈਂ ਬਦਲਾ ਜ਼ਰੂਰ ਲੈਣਾ ਇਹਦਾ। ਉਹਦੇ ਵਾਸਤੇ ਨਾ ਬੜੇ ਕਸ਼ਟ ਕੀਤੇ। ਇੱਕ ਮੈਂ ਥੋੜਾ ਤੁਹਾਨੂੰ ਹੋਰ ਨਾਲ ਜੋੜ ਦੂੰਗਾ ਜੀ ਵੀ ਹਰ ਕੋਈ ਆਪਣੇ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ ਆਜ਼ਾਦੀ ਹੈ ਜੀ ਜੀ, ਇਹ ਆਜ਼ਾਦੀ ਇਹੋ ਜਿਹੀ ਆ ਵੀ ਜਦੋਂ ਸਾਂਡਰਸ ਨੂੰ ਮਾਰਿਆ ਗਿਆ, ਗੋਲੀ ਮਾਰੀ ਗਈ ਸਾਂਡਰਸ ਨੂੰ, ਤੇ ਉਸ ਟਾਈਮ ਤੇ ਜਿਹੜਾ ਚੰਨਣ ਸਿੰਘ ਇੱਕ ਸਿਪਾਹੀ ਸੀਗਾ, ਸਰਦਾਰ ਸੀਗਾ, ਉਹਨੇ ਭਗਤ ਸਿੰਘ ਨੂੰ ਫੜ ਲਿਆ। ਚੰਦਰ ਸ਼ੇਖਰ ਨੇ ਕਿਹਾ ਤੇਰੇ ਸਾਡੀ ਲੜਾਈ ਨੂੰ ਤੂੰ ਛੱਡ ਦੇ, ਤੂੰ ਕਹਿੰਦਾ ਮੈਂ ਨਹੀਂ ਛੱਡਣਾ, ਮੈਂ ਆਪਣੀ ਡਿਊਟੀ ਪੂਰੀ ਕਰਨੀ। ਅੱਛਾ, ਚੰਦਰ ਸ਼ੇਖਰ ਨੇ ਉਹਨੂੰ ਗੋਲੀ ਮਾਰੀ, 2 ਗੋਲੀਆਂ ਮਾਰੀ, ਉਹ ਡਿੱਗ ਪਿਆ ਤੇ ਇਹ ਛਡਾ ਕੇ ਲੈ ਆਏ ਭਗਤ ਸਿੰਘ ਨੂੰ ਉੱਥੋਂ। ਅੱਜ ਦੀ ਡੇਟ ਦੇ ਵਿੱਚ ਚੰਨਣ ਸਿੰਘ ਦੇ ਪਰਿਵਾਰ ਵਾਲਿਆਂ ਵੀ ਉਹਦੀ ਯਾਦਗਾਰ ਆਪਣੇ ਪਿੰਡ 'ਚ ਬਣਾਈ ਹੈ। ਮੰਨਦੇ ਹੋ ਤੁਸੀਂ ਇਸ ਗੱਲ ਨੂੰ? ਉਹ ਕਹਿੰਦੇ ਸਾਡਾ ਕੀਤਾ, ਇਹਨੇ ਆਪਣੀ ਡਿਊਟੀ ਪੂਰੀ ਕੀਤੀ ਹੈ, ਇਹਨੇ ਆਪਣਾ ਕਰਤੱਵ ਪੂਰਾ ਕੀਤਾ, ਇਹਨੇ ਫੋਕਟ ਤਨਖਾਹ ਨਹੀਂ ਲਈ। ਅੱਜ ਵੀ ਚੰਨਣ ਸਿੰਘ ਦੇ ਪਰਿਵਾਰ ਨੂੰ ਥਾਣੇਦਾਰ ਦਾ ਪਰਿਵਾਰ ਕਹਿੰਦੇ ਆ, ਦਿਲ ਤਿਆਲਪੁਰ ਦੇ ਪਿੰਡ ਤੋਂ ਆਪਣੀ ਯਾਦਗਾਰ ਬਣਾਈ ਹੈ। ਖੈਰ ਉਹ ਇੱਕ ਵੱਖਰਾ ਮੈਟਰ ਆਪਸ ਵਿੱਚ, ਉਹ ਆਪਾਂ ਜਾਤ ਪਾਤ ਤੇ ਸੀਗਾ ਵੀ ਜੇ ਕਹਿੰਦਾ ਚੰਦਰ ਸ਼ੇਖਰ ਕਹਿੰਦਾ ਵੀ ਨਹੀਂ ਜੀ ਮੈਂ ਤੇ ਹਿੰਦੂ ਹਾਂ ਤੇ ਸਿੱਖ ਤੇ ਫੜਿਆ ਗਿਆ ਤੇ ਕੋਈ ਗੱਲ ਨਹੀਂ, ਮੈਂ ਗੋਲੀ ਕਿਉਂ ਮਾਰਿਆ ਇਹਨੂੰ। ਉਹਨਾਂ ਨੇ, ਸਾਡੇ ਸ਼ਹੀਦਾਂ ਨੇ ਜਾਤ ਪਾਤ ਨਹੀਂ ਵਰਤੀ, ਲੇਕਿਨ ਅਸੀਂ ਜਾਤ ਪਾਤ ਚਾ ਕੇ ਉਹਨਾਂ ਦੀਆਂ ਵੰਡੀਆਂ ਪਾ ਰਹੇ, ਉਹ ਮਾੜੀ ਗੱਲ। ਜਿਹੜੀ ਗੱਲ ਹੁਣ ਆਪਾਂ ਨੇ ਕੀਤੀ ਹੈ, ਕਿਤਾਬ ਛਪਣੀ, ਕਿਤਾਬਾਂ ਬੜੀ ਛਪੀਆਂ ਨੇ, ਇੱਕ ਛੋਟਾ ਜਿਹਾ 4 ਪੇਜ ਦਾ ਲਿਫਲੇਟ ਵਗੈਰਾ ਛਾਪਿਆ ਜਾਵੇ ਹਿੰਦੀ, ਪੰਜਾਬੀ, ਅੰਗਰੇਜ਼ੀ ਦੇ ਵਿੱਚ ਜੀ, ਉੱਥੇ ਇੱਕ ਬੰਦਾ ਬਿਠਾਇਆ ਜਾਵੇ, ਉੱਥੇ ਰੱਖ ਦਿੱਤੀ ਜਾਣ, ਜਿਹੜੇ ਬਾਹਰੋਂ ਸੈਲਾਨੀ ਆਉਂਦੇ ਜਿਹੜੀ ਭਾਸ਼ਾ ਉਹਨਾਂ ਨੂੰ ਆਉਂਦੀ ਆ ਉਹਦੇ ਚੂਜ਼ ਕਰਕੇ ਉਹ ਜਾ ਕੇ ਪੜ੍ਹਨ ਜੀ। ਜੇ ਇਹ ਕੀਤਾ ਜਾਵੇ ਤੇ ਮੈਂ ਕਿਹਾ ਬਹੁਤ ਵਧੀਆ ਰਹੇਗਾ ਇਹਨਾਂ ਦਾ ਜਿਹੜਾ ਹੈਗਾ ਉਪਰਾਲਾ। ਤੁਹਾਨੂੰ ਥੋੜਾ ਜਿਹਾ ਹੋਰ ਦੱਸ ਦਿਆਂ, ਮੈਂ ਇੱਕ ਡਾਕਟਰ ਵਾਦਨ ਹੋਏ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਨੂੰ, ਗੱਲ ਸੁਣਨ ਵਾਲੀ ਹੈ, ਵਾਦਨ ਵਾਲੇ ਪ੍ਰਿੰਸੀਪਲ ਨੂੰ ਬੜੇ ਸਿੱਖੀ ਨੂੰ ਬੜਾ ਸਮਰਪਿਤ ਸਨ। ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਹੋਇਆ ਤੇ ਅੰਗਰੇਜ਼ਾਂ ਦੀ ਪਾਲਿਸੀ ਸੀ ਵੀ ਹਵਾਈ ਅਟੈਕ ਕਰੀਏ ਜੀ ਜੀ, ਉਦੋਂ ਇੰਨੀ ਐਕੂਰੇਸੀ ਨਹੀਂ ਸੀ। ਵਾਦਨ ਨੇ ਕਿਹਾ ਸੀ ਪਹਿਲੀ ਗੱਲ ਤੁਸੀਂ ਇੱਥੇ ਅਟੈਕ ਕਰੋਗੇ ਗਲਤ ਕਰੋਗੇ, ਤੁਹਾਨੂੰ ਅਟੈਕ ਨਹੀਂ ਕਰਨਾ ਚਾਹੀਦਾ। ਤੇ ਉਹਨਾਂ ਨੇ ਕਿਹਾ ਵੀ ਜੇ ਅਟੈਕ ਦੇ ਵਿੱਚ ਸਿੱਖਾਂ ਦਾ ਦਰਬਾਰ ਸਾਹਿਬ ਨੂੰ ਕੋਈ ਆਂਚ ਆ ਗਈ ਤੇ ਫਿਰ ਆਪਣਾ ਪੜਿਆ ਵਿਚਾਰ ਲਓ ਵੀ ਤੁਹਾਨੂੰ ਭਾਜਦਿਆਂ ਨੂੰ ਲੰਡਨ ਤੱਕ ਪਿੱਛੇ ਨਹੀਂ ਪਿਛੜਨਾ ਕਿਸੇ ਨੂੰ ਜੀ। ਇਹਦੀ ਇੱਕ ਇਤਿਹਾਸ ਦਾ ਨਾਲ ਹਿੱਸਾ ਹੈ ਵਾ ਜੀ ਜੀ, ਇਹ ਵੀ ਸਾਡੇ ਜ਼ਿਲ੍ਹੇ ਵਾਲੇ ਪਾਸੇ ਜੁੜਦਾ। ਅਗਲੀ ਗੱਲ ਤੋਂ ਹੋਰ ਦੱਸਾਂ ਇੱਕ ਮੈਂ ਜੀ, ਜਿਹੜੇ ਉਸ ਟਾਈਮ ਦੇ ਉੱਤੇ ਕਾਂਗਰਸ ਦੇ ਪ੍ਰਧਾਨ ਸੀ ਹੋ ਗਏ ਸੀ ਡਾਕਟਰ ਕਿਚਲੂ ਜੀ ਜੀ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ। ਹਾਂਜੀ ਹਾਂਜੀ, ਔਰ ਨਾਲ ਉਹ ਬਾਰ ਕੌਂਸਲ ਦੇ ਵੀ ਪ੍ਰਧਾਨ ਸੀ ਡਾਕਟਰ ਕਿਚਲੂ। ਅੱਛਾ, ਉਹਨਾਂ ਦੀ ਇੱਕ ਗਲਤੀ ਰਹੀ, 144 ਦੀ ਉਹਨਾਂ ਵਾਸਤੇ ਪਰਮਿਸ਼ਨ ਲੈਣੀ ਕੋਈ ਮੁਸ਼ਕਲ ਨਹੀਂ ਸੀ। ਜੇ ਕਿਤੇ ਉਹ ਪਰਮਿਸ਼ਨ ਲੈ ਲੈਂਦੇ ਤੇ ਸ਼ਾਇਦ ਇਹ ਸਾਕਾ ਨਾ ਵਰਤਦਾ ਜੀ ਜੀ ਜੀ, ਪਰਮਿਸ਼ਨ ਉਸ ਤੇ ਨਹੀਂ ਲਈ ਗਈ ਤੇ ਇਹ ਸਾਕਾ ਜੀ ਕਰਕੇ ਵੀ ਸ਼ਾਂਤਲੀ ਆਪਣਾ ਜ਼ਿਆਦਾ ਕਰਨਾ ਕਰ ਲਈਏ ਅਸੀਂ। ਵੇਖੋ ਗੋਲੀ ਚਲਾਉਣ ਤੋਂ ਬਾਅਦ ਜਨਰਲ ਡਾਇਰ ਨੇ ਆਪਣੀ ਗਲਤੀ ਨਹੀਂ ਮੰਨੀ, ਸਜ਼ਾ ਭੁਗਤੀ 1 ਮਹੀਨਾ। ਉਹਨੇ ਕਿਹਾ ਮੈਂ ਜੋ ਠੀਕ ਕੀਤਾ ਜੀ। ਇਸ ਕਰਕੇ ਜਲਿਆਂਵਾਲੇ ਬਾਗ ਨੂੰ ਜਿਹੜਾ ਉਦਮ ਸਿੰਘ ਹੁਰੀ ਸੀ ਮਾਰਨ ਦਾ ਟੀਚਾ ਤਾਂ ਡਾਇਰ ਨੂੰ ਸੀਗਾ ਜੀ, ਲੇਕਿਨ ਜਦੋਂ ਇਹਨੂੰ ਪਤਾ ਲੱਗਾ ਵੀ ਡਾਇਰ ਮਰ ਗਿਆ, ਉਹਨਾਂ ਕਿਹਾ ਫਿਰ ਉਹਨੂੰ ਮਾਰੋ ਜਿਹੜਾ ਉਡਵਾਇਰ ਆ। ਇਹਦੀ ਪਾਲਿਸੀ ਕਿਹਦੀ ਬਣਾਈ ਸੀ? ਵਾਇਲੀ ਨੇ, ਜਿਹਨੂੰ ਬਦਲ ਟਿਗਰੇ ਨੇ ਮਾਰਿਆ ਸੀ। ਕਰਕੇ ਸ਼ਹੀਦ ਸਾਡੇ ਸਾਂਝੇ ਨੇ, ਇਹਨਾਂ ਨੂੰ ਸਾਂਝੀ ਵਾਰਤਾ ਦਾ ਪ੍ਰਤੀਕ ਨੇ। ਇਹਨਾਂ ਦਾ ਹਰ ਵਿਅਕਤੀ ਸਤਿਕਾਰ ਕਰੇ, ਇਹਨਾਂ ਨੂੰ ਹਰ ਵਿਅਕਤੀ ਪਿਆਰ ਕਰੇ। ਇਹਨਾਂ ਦਾ ਇਤਿਹਾਸ ਜੇ ਨਹੀਂ ਪਤਾ ਤਾਂ ਉਹਨੂੰ ਜ਼ਰੂਰ ਦੱਸਿਆ ਜਾਣਾ ਚਾਹੀਦਾ ਜੀ। ਠੀਕ ਹੈ ਜੀ। ਕਮਲਜੀਤ ਸਿੰਘ ਜੀ, ਜਿਵੇਂ ਕਿ ਜਸਵੀਰ ਸਿੰਘ ਪੱਟੀ ਹੋਰਾਂ ਨੇ ਕਿਹਾ ਕਿ ਸ਼ਹੀਦ ਜਿਹੜੇ ਬਿਲਕੁਲ ਉਹ ਸਾਂਝੇ ਹੋਇਆ ਕਰਦੇ ਨੇ, ਤੇ ਇਹਦੇ ਉੱਤੇ ਕੀ ਤੁਸੀਂ ਕੀ ਸਮਝਦੇ ਆ ਕਿ ਕੋਈ ਸਿਆਸਤ ਤਾਂ ਨਹੀਂ ਇਹਦੇ ਉੱਤੇ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦੀ ਹੈ ਕਿ ਨਹੀਂ? ਦੇਖੋ, ਮੈਂ ਇਹਦੇ ਬਾਰੇ ਇਹ ਕਹੂੰਗਾ ਕਿ ਸਾਡੇ ਕੋਲੇ ਦੇਸ਼ ਆਜ਼ਾਦੀ ਤੋਂ ਪਹਿਲਾਂ ਬਹੁਤ ਸਾਰੇ ਸ਼ਹੀਦ ਇਸ ਤਰ੍ਹਾਂ ਦੇ ਸੀ, ਯੋਧੇ ਇਹੋ ਜਿਹੇ ਸੀਗੇ ਕਿ ਜਿਨ੍ਹਾਂ ਦੇ ਬਾਰੇ ਸਾਡੇ ਇਤਿਹਾਸ ਦੇ ਵਿੱਚ ਹੁਣ ਵੀ ਬੱਚਿਆਂ ਨੂੰ ਨਹੀਂ ਪੜ੍ਹਾਇਆ ਜਾਂਦਾ। ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਕਿ ਸਾਡੇ ਬਹੁਤ ਮਹਾਨ ਸ਼ਹੀਦ ਭਾਈ ਮਹਾਰਾਜਾ ਸਿੰਘ ਸੀਗੇ, ਸਿਰਫ ਉਹਨਾਂ ਦੇ ਬਾਰੇ ਪੈਰਿਸ ਦੇ ਵਿੱਚ ਹੀ ਉੱਥੋਂ ਦੇ ਸਿਲੇਬਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਇਆ ਜਾਂਦਾ। ਪੈਰਿਸ ਵਿੱਚ ਉਹਨਾਂ ਦਾ ਗੁਰਦੁਆਰਾ ਬਣਿਆ, ਉੱਥੇ ਹੀ ਉਹਨਾਂ ਦਾ ਬੁੱਤ ਆ ਜਿਹਦੇ ਉੱਤੇ
ਚੀਨੀ ਘੋੜੀ ਦੇ ਉੱਤੇ ਸਵਾਰ ਨੇ, ਉਹਨਾਂ ਦੇ ਹੱਥ 'ਚ ਖੰਡਾ ਔਰ ਖਾਲਸੇ ਦਾ ਜਿਹੜਾ ਝੰਡਾ ਫੜਿਆ ਹੋਇਆ, ਉੱਥੇ ਉਹਨਾਂ ਨੂੰ ਬੱਚਿਆਂ ਨੂੰ ਉਸ ਬਾਰੇ ਪੜ੍ਹਾਇਆ ਜਾਂਦਾ। ਦੂਸਰੇ ਨੰਬਰ ਦੇ ਉੱਤੇ ਸਾਡੇ ਸ਼ਹੀਦਾਂ ਦੇ ਵਿੱਚੋਂ ਅਹਿਮਦ ਖਾਨ ਖਰਲ ਦਾ ਨਾਂ ਬਹੁਤ ਵੱਡੇ ਤੌਰ ਦੇ ਉੱਤੇ ਆਉਂਦਾ ਹੈ, ਜਿਨੇ ਲਾਰਡ ਬਰਕਲੇ ਦਾ ਸਿਰ ਵੱਢਿਆ ਸੀਗਾ। ਇਹ ਦੇਸ਼ ਆਜ਼ਾਦੀ ਤੋਂ ਪਹਿਲਾਂ ਦੀਆਂ ਗੱਲਾਂ ਆ। ਇਸੇ ਤਰ੍ਹਾਂ ਹੀ ਜਦੋਂ ਅਸੀਂ ਜਬਰੂ ਦੀ ਗੱਲ ਕਰਦੇ ਹਾਂ, ਮਲੰਗੀ ਦੀ ਗੱਲ ਕਰਦੇ ਹੈਗੇ ਆ, ਤਾਂ ਜਿਹੜੇ ਦੇਸ਼ ਭਗਤ ਹੋਏ ਉਹਨਾਂ ਦੀ ਨਜ਼ਰ ਦੇ ਵਿੱਚ ਉਹ ਸਾਰੇ ਡਾਕੂ, ਧਾੜਵੀ ਜਾਂ ਆਤੰਕਵਾਦੀ ਹੀ ਸੀਗੇ। ਜਿਹੜਾ ਕੋਈ ਆਪਦੇ ਹੱਕਾਂ ਦੀ ਗੱਲ ਕਰਦਾ ਸੀ ਜਾਂ ਦੇਸ਼ ਦੇ ਹੱਕ ਦੀ ਗੱਲ ਕਰਦਾ ਆ, ਉਹਨੂੰ ਉਸ ਟਾਈਮ ਸੱਤਾਧਾਰੀ ਜਿਹੜੀ ਕੋਈ ਵੀ ਪਾਰਟੀ ਹੁੰਦੀ ਹੈਗੀ, ਉਹਨਾਂ ਦੀ ਨਜ਼ਰ ਦੇ ਵਿੱਚ ਉਹ ਅਸਲੀਅਤ ਜਿਹੜੀ ਆ ਉਹ ਕੁਛ ਹੋਰ ਹੁੰਦੀ ਆ, ਉਹ ਦੱਸਦੇ ਉਹਨਾਂ ਬਾਰੇ ਕੁਛ ਹੋਰ ਹੁੰਦੇ ਆ। ਸੋ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਗਈ। ਪਰ ਇੱਥੇ ਸਾਨੂੰ ਇਹ ਆ ਕਿ ਅਸੀਂ ਸਾਡੀ ਦੇਸ਼ ਆਜ਼ਾਦੀ ਤੋਂ ਬਾਅਦ ਸਾਡੇ ਵਿੱਚ ਇਹ ਹੋਇਆ ਕਿ ਸਾਡੇ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚੋਂ ਸਾਡੇ ਦੇਸ਼ ਭਗਤ ਨੂੰ, ਸਾਡੇ ਅੱਜ ਦੇ ਬੱਚਿਆਂ ਨੂੰ ਨਾ ਭਾਈ ਮਹਾਰਾਜ ਸਿੰਘ ਦਾ ਪਤਾ ਆ, ਨਾ ਅਹਿਮਦ ਖਾਨ ਖਰਲ ਦਾ ਪਤਾ, ਨਾ ਜਬਰੂ ਦਾ ਪਤਾ, ਨਾ ਦੁੱਲੇ ਭੱਟੀ ਦਾ ਪਤਾ, ਨਾ ਮਲੰਗੀ ਦਾ ਪਤਾ। ਆ ਹੁਣ ਜਾ ਕੇ ਮਾੜਾ ਮੋਟਾ ਕੋਈ ਦੁੱਲੇ ਭੱਟੀ ਬਾਰੇ ਵੀ ਅਸੀਂ ਜਾਗਰੂਕ ਹੋਏ ਆ ਕਿ ਉਹ ਵੀ ਇੱਕ ਮਹਾਨ ਦੇਸ਼ ਭਗਤ ਰਿਹਾ। ਸੋ ਸਾਡੇ ਜਿਹੜੇ ਬਹੁਤ ਸਾਰੇ ਦੇਸ਼ ਭਗਤ ਹੈਗੇ ਆ, ਉਹ ਅਸਲ ਦੇ ਵਿੱਚ ਜਿਵੇਂ ਕਿ ਪੱਟੀ ਸਾਹਿਬ ਨੇ ਕਿਹਾ ਹੈਗਾ ਕਿ ਸਰਬ ਸਾਂਝੀਵਾਲਤਾ ਦਾ ਜਿਹੜਾ ਸੁਨੇਹਾ ਆ ਉਹ ਸਾਨੂੰ ਸਾਡੇ ਦੇਸ਼ ਭਗਤਾਂ ਤੋਂ ਹੀ ਮਿਲਦਾ ਪਿਆ ਆ। ਠੀਕ ਹੈ ਜੀ, ਸਾਨੂੰ ਉਹਦੀ ਗੱਲ ਕਰਨੀ ਪਊਗੀ। ਠੀਕ ਹੈ ਜੀ। ਤੁਸੀਂ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਭਾਈ ਸਾਹਿਬ, ਭਾਈ ਜਸਵੀਰ ਸਿੰਘ ਜੀ, ਕਿਉਂਕਿ ਸਮਾਂ ਪ੍ਰੋਗਰਾਮ ਦਾ ਹੋ ਗਿਆ ਵਾ, ਤੁਸੀਂ ਕੁਝ ਸੈਕਿੰਡ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤੇ ਮੇਰਾ ਸੁਨੇਹਾ ਸਮੁੱਚੇ ਦੇਸ਼ ਵਾਸੀਆਂ ਨੂੰ ਇਹੀ ਸੁਨੇਹਾ ਵੀ ਸ਼ਹੀਦਾਂ ਦੀ ਜਿਹੜੀ ਇੱਜ਼ਤ ਕਰੋ, ਉਹਨਾਂ ਦੁਆਰੇ ਸਿਰਜੇ ਸੁਪਨਿਆਂ ਨੂੰ ਸਾਕਾਰ ਕਰੋ। ਅੱਜ ਅਸੀਂ ਉਹਨਾਂ ਸੁਪਨਿਆਂ ਤੋਂ ਬਹੁਤ ਦੂਰ ਆ ਚੁੱਕੇ ਹਾਂ। ਉਹਨਾਂ ਨੇ ਇਕੁਐਲਿਟੀ ਦੀ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਸ਼ਾਇਦ ਨੂੰ ਰੋਟੀ ਕੱਪੜਾ ਮਕਾਨ ਮਿਲੇਗਾ ਜਦੋਂ ਆਜ਼ਾਦ ਹੋਏਗਾ, ਲੇਕਿਨ ਸਾਡੀ ਬਦਕਿਸਮਤੀ ਹੈ ਵੀ ਅੱਜ ਸਾਡੇ ਉਹੀ ਦੇਸ਼ ਦੇ ਲੀਡਰ ਜਿਹੜੇ ਆ ਉਹ ਲੋਟੂ ਤਰੀਕੇ ਨਾਲ ਲੁੱਟ ਰਹੇ ਆ। ਅਫਸੋਸ ਹੁੰਦਾ ਵਾ ਉਹਨਾਂ ਜਿਹੜੇ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ, ਆਪਣੇ ਕੁਰਕੀਆਂ ਕਰਵਾਈਆਂ, ਬੜਾ ਕੁਝ ਕਰਾਇਆ, ਜਿੰਨੇ ਤੁਸੀਂ ਇਹਨਾਂ ਚੱਲੇ। ਮੇਰੇ ਖਿਆਲ ਜੀ ਉਹਨਾਂ ਦੀ ਇੰਨੀ ਮਾਨਸਿਕਤਾ ਮਜਬੂਰ ਸੀ ਵੀ ਜਿਹੜੇ ਪ੍ਰਵਾਹ ਨਹੀਂ ਕੀਤੀ ਉਹਨਾਂ। ਤੇ ਅੱਜ ਕਿਸੇ ਦੇ ਬੱਚੇ ਨੂੰ ਮਾੜੀ ਜਿਹੀ ਸੂਲ ਚੋਬੀ ਤੋਂ ਭੱਜਿਆ ਜਾਂਦਾ ਉਸੇ ਵੇਲੇ। ਇਸ ਕਰਕੇ ਉਹਨਾਂ ਦੇ ਜਿਹੜੇ ਸਾਡੇ ਸ਼ਹੀਦਾਂ ਦੇ ਜਿਹੜੇ ਸਾਡੇ ਸਿੱਖਿਆ ਨਾ, ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਉਹਨਾਂ ਦੇ ਜਿਹੜੇ ਉਹਨਾਂ ਨੇ ਆਪਣੇ ਸੀਨੇ ਸਿਰਜੇ ਸੀ ਨਾ, ਜਿਹੜੇ ਉਹਨਾਂ ਨੇ ਆਪਣੇ ਕਿਹਾ ਸੀ ਵੀ ਅਸੀਂ ਇਹ ਸਾਡਾ ਏਜੰਡਾ ਆ, ਉਹਨੂੰ ਲਾਗੂ ਕੀਤਾ ਜਾਣਾ ਚਾਹੀਦਾ। ਠੀਕ ਹੈ ਜੀ। ਡਾਕਟਰ ਕਮਲਜੀਤ ਸਿੰਘ ਜੀ ਸਿੱਧੂ, ਤੁਸੀਂ ਕੁਝ ਸੈਕਿੰਡ ਦੇ ਵਿੱਚ ਕੀ ਕਹਿਣਾ ਚਾਹੋਗੇ? ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਜਿਹੜੇ ਸਾਡੇ ਦੇਸ਼ ਭਗਤ ਹੈਗੇ ਆ ਉਹ ਸਾਡੀ ਕੌਮ ਦਾ ਸਰਮਾਇਆ ਹੈਗਾ, ਤੇ ਸਾਨੂੰ ਸਾਰੇ ਹੀ ਸਮੁੱਚੇ ਦੇਸ਼ ਵਾਸੀਆਂ ਨੂੰ ਜਿਹੜਾ ਹੈਗਾ ਉਹ ਆਪਣੇ ਦੇਸ਼ ਭਗਤਾਂ ਦੀ ਕਦਰ ਕਰਨੀ ਚਾਹੀਦੀ ਹੈਗੀ ਆ। ਔਰ ਉਹਨਾਂ ਦੇ ਪਾਏ ਜਿਹੜੇ ਪੂਰਨੇ ਸੀ, ਜਿਹੜਾ ਉਹਨਾਂ ਦੇ ਸੋਚ ਸੀਗੀ ਆਜ਼ਾਦੀ ਦੀ ਔਰ ਇਨਕਲਾਬ ਜ਼ਿੰਦਾਬਾਦ ਦੀ ਜਿਹੜੀ ਗੱਲ ਸੀ, ਜਿਹੜੀ ਭਗਤ ਸਿੰਘ ਤੋਂ ਲੈ ਕੇ ਰਾਜਗੁਰੂ ਸੁਖਦੇਵ ਦੀ ਗੱਲ ਕਰ ਲਈਏ, ਚਾਹੇ ਉਹ ਕਰਤਾਰ ਸਿੰਘ ਸਰਾਭੇ ਹੋਰਾਂ ਦੀ ਗੱਲ ਕਰ ਲਈਏ, ਤਾਂ ਸਾਡੇ ਜਿਹੜਾ ਇਨਕਲਾਬ ਜ਼ਿੰਦਾਬਾਦ ਦਾ ਜਿਹੜਾ ਸੁਪਨਾ ਹੈਗਾ ਆ ਉਹ ਸਾਕਾਰ ਹੋਣਾ ਚਾਹੀਦਾ। ਤਦ ਹੀ ਅਸੀਂ ਸੋਚ ਸਕਦੇ ਹੈਗੇ ਆ ਕਿ ਸਾਡੇ ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਹਿੱਤ ਵਿੱਚ ਹੈਗੀਆਂ। ਠੀਕ ਹੈ ਜੀ। ਆਪਣੇ ਹਰਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸ਼ਹੀਦ ਜਿਹੜੇ ਆ ਉਹ ਚਾਹੇ ਕਿਸੇ ਵੀ ਧਰਮ ਦਾ ਆ, ਚਾਹੇ ਕਿਸੇ ਵੀ ਸ਼ਹੀਦਾਂ ਨੂੰ ਸਾਨੂੰ ਜਿਹੜਾ ਆ ਉਹ ਬਰਾਬਰ ਸਮਝਣਾ ਚਾਹੀਦਾ ਆ। ਸੋ ਇਸ ਕਰਕੇ ਸਾਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਨਾ ਸ਼ਹੀਦਾਂ ਦਾ ਜਿਹੜਾ ਸਤਿਕਾਰ ਆ ਉਹ ਕਰਨਾ ਚਾਹੀਦਾ ਜੀ। ਠੀਕ ਹੈ ਜੀ। ਭਾਈ ਸਾਹਿਬ, ਭਾਈ ਜਸਵੀਰ ਸਿੰਘ ਜੀ ਪੱਟੀ, ਡਾਕਟਰ ਕਮਲਜੀਤ ਸਿੰਘ ਜੀ ਸਿੱਧੂ ਤੇ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਗਿੱਲ, ਤੁਹਾਡਾ ਬਹੁਤ ਉਚੇਚੇ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਬੜਾ ਸਾਥ ਦਿੱਤਾ ਤੇ ਅੱਗੋਂ ਤੋਂ ਵੀ ਤੁਸੀਂ ਇਦਾਂ ਹੀ ਸਾਥ ਦਿੰਦੇ ਰਹੋਗੇ ਜੀ। ਆਓ ਸਮਾਂ ਸਮਾਪਤ ਹੈ ਜੀ, ਆਪਾਂ ਬੁਲਾਈਏ ਫਤਿਹ ਸਾਰੇ ਰਲ ਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।